ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਕੇਂਦਰ ਕੋਲ ਇੱਕ ਪ੍ਰਸਤਾਵ ਲੈ ਕੇ ਗਈ ਸੀ ਤੇ ਉਹਨਾਂ ਨੇ ਮੁੱਢੋਂ ਹੀ ਰੱਦ ਕਰਤਾ। ਪਰ ਦੇਖੋ ਬਦਕਿਸਮਤੀ ਸਾਡੀ ਇਹ ਹੈ, ਸਰਕਾਰਾਂ ਤੇ ਦੋਸ਼ ਅਸੀਂ ਲਾ ਦਿੰਦੇ। ਮੈਂ ਇਹ ਗੱਲ ਮੰਨ ਲੈਂਦਾ ਵੀ ਸਰਕਾਰ ਇਸ ਮਾਮਲੇ ਵਿੱਚ ਲੇਟ ਲਤੀਫ ਵੀ ਰਹੀ ਹੈ ਤੇ ਸਰਕਾਰ ਨੇ ਪ੍ਰੋਪਰ ਤਰੀਕੇ ਨਾਲ ਇਸ ਮਸਲੇ ਨੂੰ ਹੱਥ ਵੀ ਨਹੀਂ ਪਾਇਆ ਜਿਸ ਤਰ੍ਹਾਂ ਪੈਣਾ ਚਾਹੀਦਾ ਸੀ ਜੀ। ਸਲਾਹਾਂ ਦੇਣ ਲੱਗ ਪਿਆ, ਸਾਰੇ ਸਟੇਜਾਂ ਤੇ ਪ੍ਰੋਗਰਾਮ ਕਰਨ ਲੱਗ ਪਏ, ਆਹ ਕਰੋ ਆਹ ਕਰੋ। ਉਹ ਜਦ ਕਿ ਠੋਸ ਹੱਲ ਜਿਹੜਾ ਸੀ ਉਹ ਜ਼ਿਮੀਂਦਾਰ ਨੂੰ ਮਦਦ ਦੀ ਲੋੜ ਸੀ। ਮਦਦ ਦੇ ਜ਼ਰੀਏ ਹੀ ਉਹ ਜਿਹੜਾ ਸੀ ਪਰਾਲੀ ਨੂੰ ਜਾਂ ਖਪਾ ਸਕਦਾ ਸੀ ਜਾਂ ਚੁੱਕ ਸਕਦਾ ਸੀ। ਕਿ ਉਸ ਵਿੱਚ ਤੇ ਸਾਡਾ ਹਜ਼ਾਰਾਂ ਕਰੋੜਾਂ ਦਾ ਫਰਾਡ ਹੋ ਗਿਆ। ਉਹ ਮਸ਼ੀਨਰੀ ਜਿੱਥੇ ਜਾਣੀ ਚਾਹੀਦੀ ਸੀ ਉੱਥੇ ਗਈ ਨਹੀਂ, ਜਿਨ੍ਹਾਂ ਨੂੰ ਫਾਇਦਾ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਮਿਲਿਆ ਨਹੀਂ ਤੇ ਵਿੱਚੋਂ ਕੌਣ ਖਾ ਗਿਆ। ਭਗਵੰਤ ਮਾਨ ਕਹਿ ਚੁੱਕੇ ਨੇ ਕਿ ਇਸ ਵਾਰੀ ਅਸੀਂ ਕੁਝ ਵੱਖਰਾ ਕਰਾਂਗੇ। ਹੁਣ ਵੱਖਰਾ ਕੀ ਹੈ? ਉਹਨਾਂ ਨੇ ਇੱਕ ਪ੍ਰਸਤਾਵ ਭੇਜਿਆ ਹੋਇਆ ਸੀ ਕੇਂਦਰ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ, ਕਿਉਂਕਿ ਦਿੱਲੀ ਸਰਕਾਰ ਨੂੰ ਸਮੱਸਿਆ ਬਹੁਤੀ ਹੁੰਦੀ ਹੈ। ਇਹ ਥੋੜੀ ਜਿਹੀ ਹਾਸੋਹੀਣੀ ਵੀ ਮੈਨੂੰ ਗੱਲ ਲੱਗੀ। ਕੇਂਦਰ ਕੋਲੋਂ ਮੰਗਿਆ ਗਿਆ 1500 ਰੁਪਏ ਪ੍ਰਤੀ ਏਕੜ, ਭਾਵ 1500 ਜਮਾ 500 ਜਮਾ 500 2500 ਰੁਪਇਆ ਏਕੜ ਦਾ ਕਿਸਾਨ ਨੂੰ ਦੇਣਾ ਸੀ ਕਿ ਭਾਈ ਪਰਾਲੀ ਦਾ ਇਲਾਜ ਹੁਣ ਤੁਸੀਂ ਆਪ ਕਰੋ ਤੇ ਅੱਗ ਨਹੀਂ ਕਿ ਅਸੀਂ ਲਾਉਣ ਦੇਣੀ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਅੱਜ ਫਿਰ ਸਾਰੀ ਦਿਹਾੜੀ ਕਤਲ ਕੇਸ ਜਿਹੜਾ ਹੈ ਉਹ ਚਰਚਾ 'ਚ ਰਿਹਾ ਆ, ਖਬਰਾਂ ਦੀ ਸੁਰਖੀ ਰਿਹਾ ਆ। ਕੀ ਅਪਡੇਟ ਆਈ ਹੈ? ਇੱਕ ਟਾਈਮਲਾਈਨ ਜੇ ਦਿੱਤੀ ਉਹਦੀ ਕਿ ਦੇਖੋ ਇਹਨੀ ਫਲਾਣੇ ਸਮੇਂ ਤੇ ਇਸ ਗਰੁੱਪ ਨੇ ਆਹ ਬੰਦਾ ਮਾਰ ਦਿੱਤਾ, ਉਹ ਮਾਰ ਦਿੱਤਾ। ਬੜੇ ਨਾਮ ਆਏ ਉਸ ਦੇ ਵਿੱਚ। ਬਦਕਿਸਮਤੀ ਹੈ ਕਿ ਪੰਜਾਬ ਦਾ ਨੌਜਵਾਨ ਕਿੱਧਰ ਨੂੰ ਤੁਰ ਪਿਆ। ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਘੇਰਿਆ, ਗੋਲੀਆਂ ਚਲਾਈਆਂ, ਇਹ ਸਾਰੇ ਦੇ 6 ਜਣੇ, 6ਾਂ ਦੇ 6 ਜਿਹੜੇ ਨੇ ਉਹ ਇਸ ਵੇਲੇ ਜਾਂ 2 ਮਾਰੇ ਗਏ ਨੇ ਤੇ 4 ਗ੍ਰਿਫਤਾਰ ਹੋ ਚੁੱਕੇ ਨੇ। ਸੋ ਹੁਣ ਉਹਨਾਂ ਦੇ ਹੈਂਡਲਰ ਜਿਹੜੇ ਨੇ ਉਹਨਾਂ ਵਿੱਚੋਂ ਵੀ ਬੰਦੇ ਫੜੇ ਜਾ ਚੁੱਕੇ ਨੇ। ਇਹ ਕਪਿਲ ਪੰਡਿਤ ਤੇ ਰਜਿੰਦਰ ਜਿਹੜੇ ਨੇ ਹੈਂਡਲਰ ਨੇ, ਇਹ ਉਹੀ ਸੀ ਜਿਨ੍ਹਾਂ ਨੇ ਸਾਜੋ ਸਮਾਨ, ਗੱਡੀਆਂ, ਹਥਿਆਰ ਸਭ ਕੁਝ ਇਹਨਾਂ 6 ਜਣਿਆਂ ਨੂੰ ਦਿੱਤਾ ਤੇ ਪਹੁੰਚਾਇਆ। ਇਸ ਗਰੁੱਪ ਨੂੰ ਜਿਹੜਾ ਸੀ ਮੁੰਡੀ ਵਗੈਰਾ ਨੂੰ ਸਾਂਭਣ ਦੇ ਵਿੱਚ ਕਪਿਲ ਪੰਡਿਤ ਤੇ ਰਜਿੰਦਰ ਵਰਗਿਆਂ ਦਾ ਹੀ ਕੰਮ ਸੀ। ਅੱਜ ਤੱਕ ਵੀ ਉਹਦੇ ਨਾਲ ਹੀ ਸੀ। ਪਰ ਗੋਲਡੀ ਬਰਾੜ ਤੇ ਲਿਪਨ ਮਹਿਤਾ ਬਿਲਕੁਲ ਇਸ ਗਰੁੱਪ ਦੇ ਜਿਹੜਾ ਸੀ 6ਾਂ ਦਾ ਜਿਹੜੇ 2 ਗਰੁੱਪ ਸੀ ਉਹਨਾਂ ਦੇ ਆਕਾ ਮੰਨੇ ਜਾਂਦੇ ਨੇ। ਕਿ ਸਾਬਕਾ ਜਥੇਦਾਰ ਨੇ ਧਮਕੀ ਜੀ ਦਿੱਤੀ ਹੈ ਵੀ ਜੇ ਤੁਸੀਂ ਚੋਣਾਂ ਦਾ ਐਲਾਨ ਛੇਤੀ ਨਾ ਕੀਤਾ ਤੇ ਅਸੀਂ ਧਰਨੇ ਤੇ ਬਹਿ ਜਾਣਾ। ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 11 ਸਾਲ ਪਹਿਲਾਂ ਹਾਲਾਤ ਕਿਹੋ ਜਿਹੇ ਸਨ ਤੇ ਪੰਜਾਬ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਹਨਾਂ ਲੋਕਾਂ ਦੀ ਚੱਲਦੀ ਸੀ, ਕਿਵੇਂ ਦੀ ਚੱਲਦੀ ਸੀ। ਜਿਸਦਾ ਰਣਜੀਤ ਸਿੰਘ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੜੇ ਬੇਬਾਕੀ ਨਾਲ ਬੋਲਦੇ ਨੇ ਤੇ ਬਾਦਲ ਪਰਿਵਾਰ ਦੇ ਵਿਰੁੱਧ ਬੋਲਦੇ ਤੇ ਇੱਕ ਪਰਿਵਾਰ ਇਸ ਤੇ ਜਾਗੀਰ ਇਸ ਨੂੰ ਬਣਾ ਕੇ ਬੈਠਾ, ਇਹਨਾਂ ਤੋਂ ਖੜਾ ਛਡਾਓ ਨਹੀਂ ਤੇ ਅਸੀਂ ਐਸੇ ਮਹੀਨੇ ਦੇ ਵਿੱਚ ਅਸੀਂ ਜਿਹੜਾ ਮੋਰਚਾ ਸ਼ੁਰੂ ਕਰ ਦੇਵਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ। ਕਿ ਸਰਕਾਰਾਂ ਸਿਰਫ ਇੰਨੀ ਦਖਲਅੰਦਾਜ਼ੀ ਕਰਨ ਕਿ ਟਾਈਮ ਸਿਰ ਸਮੇਂ ਸਿਰ ਚੋਣਾਂ ਕਰਵਾਈਆਂ ਜਾਣ। ਮਹਾਰਾਣੀ ਜਲਿਆਂਵਾਲੇ ਬਾਗ 'ਚ ਜਾਂਦੇ ਨੇ, ਇਹ ਵੀਡੀਓ, ਇਹ ਖਬਰਾਂ ਬਹੁਤ ਜ਼ਿਆਦਾ ਹਾਈਲਾਈਟ ਹੁੰਦੀਆਂ ਨੇ, ਸੁਰਖੀਆਂ ਬਟੋਰਦੀਆਂ ਨੇ। ਕੀ ਸੀ ਉਸ ਵੀਡੀਓ ਦੇ ਵਿੱਚ ਅਜਿਹਾ ਕਿ ਉਸ ਤੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ? ਉਹਨਾਂ ਨੇ ਜਿਹੜਾ ਸੀ ਉੱਥੇ ਨੰਗੇ ਪੈਰੀਂ ਜਿਹੜਾ ਸੀ ਮਿਸਾਲ ਦੇ ਉੱਪਰ ਜਾ ਕੇ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਸੀ ਉਹ ਦਿੱਤੀ ਜਲਿਆਂਵਾਲਾ ਬਾਗ ਦੇ ਵਿੱਚ। ਪਰ ਉੱਥੇ ਤੁਹਾਨੂੰ ਪਤਾ ਹੈ ਕਿ ਚਰਨ ਗੰਗਾ ਹੁੰਦੀ ਹੈ ਤੇ ਸਾਰਿਆਂ ਨੇ ਚਰਨ ਧੋ ਕੇ ਜਾਣਾ ਹੁੰਦਾ, ਅੰਦਰ ਪ੍ਰਵੇਸ਼ ਕਰਨਾ ਪੈਂਦਾ ਹੈ। ਸਾਰੇ ਪਾਸੇ ਜਿੰਨੀਆਂ ਵੀ ਐਂਟਰੈਂਸ ਹਨ ਸਾਰੇ ਪਾਸੇ ਇਸੇ ਤਰ੍ਹਾਂ। ਤੇ ਉੱਥੇ ਉਹਨਾਂ ਦੀ ਸਿਕਿਉਰਿਟੀ ਵੱਲੋਂ ਉਹ ਚਰਨ ਧੋ ਕੇ ਗਏ ਨੇ ਤੇ ਅੱਗੇ ਜਾ ਕੇ ਫਿਰ ਉਹਨਾਂ ਨੂੰ ਇੱਕ ਜੁਰਾਬਾਂ ਜਿਹੜੀਆਂ ਸੀ ਉਹ ਦੇ ਦਿੱਤੀਆਂ ਗਈਆਂ। ਉਹ ਜੋ ਜਲਿਆਂਵਾਲੇ ਬਾਗ ਨੂੰ ਡਿਸਕ੍ਰਾਈਬ ਕੀਤਾ ਹੋਇਆ ਜਿਸ ਸਾਕੇ ਨੂੰ, ਉਹ ਹੈ ਕਿ ਦਿਸ ਪਲੇਸ ਇਜ਼ ਸੈਚੂਰੇਟਡ ਵਿਦ the blood of about 2000 Hindus, Sikhs and Muslims। ਕਿ ਜਨਰਲ ਡਾਇਰ ਦਾ ਬੇਟਾ ਜਿਸ ਨੇ ਇਹ ਕਾਂਡ ਕੀਤਾ ਸੀ ਉਹ ਪ੍ਰਿੰਸ ਫਿਲਿਪ ਮਹਾਰਾਣੀ ਦੇ ਪਤੀ ਦੇ ਨਾਲ ਫੌਜ ਦੇ ਵਿੱਚ ਨੌਕਰੀ ਕਰ ਚੁੱਕਾ ਸੀ, ਨੇਵੀ ਦੇ ਵਿੱਚ। ਇਹ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹਿਣਗੀਆਂ। ਪਰ ਉਹ 1997 ਵਿੱਚ 50 ਸਾਲ ਆਜ਼ਾਦੀ ਦੇ ਪੂਰੇ ਹੋਣ ਤੇ ਮਹਾਰਾਣੀ ਜਿਹੜੀ ਸੀ ਉਹ ਆਈ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹੁੰਨੇ ਆ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਦੀ, ਖਾਸ ਮੁੱਦਿਆਂ ਦੀ ਤੇ ਅਹਿਮ ਖਬਰਾਂ ਦੀ। ਤੇ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ ਸਬਰੀਨ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਨਾ ਕਿਸਾਨਾਂ ਦਾ ਮੁੱਦਾ ਜਿਹੜਾ ਉਹਦੇ ਤੇ ਗੱਲ ਕਰਦੇ ਆ। ਪਰਾਲੀ ਨੂੰ ਲੂਣ ਦੀ ਬੜੀ ਸਮੱਸਿਆ ਆ। ਅਕਤੂਬਰ, ਨਵੰਬਰ, ਦਸੰਬਰ ਮਹੀਨੇ ਦੇ ਵਿੱਚ ਫਿਰ ਦਿੱਲੀ ਵਾਲੇ ਕਹਿੰਦੇ ਆ ਵੀ ਸਾਨੂੰ ਸਾਹ ਨਹੀਂ ਆਉਂਦਾ ਜਦੋਂ ਪੰਜਾਬ ਤੇ ਹਰਿਆਣਾ ਵਾਲੇ ਜਿਹੜੇ ਨੇ ਪਰਾਲੀ ਲੂੰਦੇ ਨੇ। ਤੇ ਅੱਜ ਦੀ ਜੇ ਗੱਲ ਕਰੀਏ ਤੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਕੇਂਦਰ ਕੋਲ ਇੱਕ ਪ੍ਰਸਤਾਵ ਲੈ ਕੇ ਗਈ ਸੀ ਤੇ ਉਹਨਾਂ ਨੇ ਮੁੱਢੋਂ ਹੀ ਰੱਦ ਕਰਤਾ। ਪਰਾਲੀ ਨੂੰ ਅੱਗ ਲਾਉਣ ਦੀ ਜਿਹੜੀ ਸਮੱਸਿਆ ਹੈ ਨਾ ਜੀ, ਇਸ ਦਾ ਠੋਸ ਹੱਲ ਜੇ ਸੱਚ ਪੁੱਛੋ ਤੇ ਕੋਈ ਨਹੀਂ ਲੱਭ ਸਕਿਆ।
ਜਿਹੜੀ ਇਸ ਵੇਲੇ ਹਾਲਾਤ ਨੇ ਪੰਜਾਬ ਜਾਂ ਭਾਰਤ ਦੇ ਵਿੱਚ, ਬਹੁਤ ਮਹਿੰਗਾਈ ਵੱਧ ਗਈ ਹੈ, ਬਹੁਤ ਸਾਰੀ ਚੀਜ਼ਾਂ ਦੀ, ਜਿਹੜਾ ਫਿਊਲ ਹੈ ਚਾਹੇ ਉਹ ਕਿਸੇ ਵੀ ਫਾਰਮ ਦੇ ਵਿੱਚ ਹੋਵੇ, ਫਸਲਾਂ ਦੀ ਰਹਿੰਦ ਖੂੰਹਦ ਨੂੰ ਇਕੱਠਿਆਂ ਕਰਕੇ ਜਿਹੜਾ ਬਹੁਤ ਸਾਰੀਆਂ ਕੰਪਨੀਆਂ ਲੈ ਕੇ ਜਾ ਰਹੀਆਂ ਨੇ ਫੈਕਟਰੀਆਂ ਵਗੈਰਾ ਵਿੱਚ, ਉਹਨਾਂ ਨੂੰ ਉਸ ਨੂੰ ਬਾਲਣ ਦੇ ਤੌਰ ਤੇ ਵਰਤਣ ਲਈ ਬਹੁਤ ਸਾਰੀਆਂ ਚੀਜ਼ਾਂ, ਜਿਹੜੇ ਦਰਖਤ ਵੇਚੇ ਜਾਂਦੇ ਨੇ ਲੱਕੜ ਵਾਸਤੇ, ਉਹਨਾਂ ਦੇ ਪੱਤੇ, ਛੋਟੀਆਂ ਟਹਿਣੀਆਂ, ਕਮਾਦ ਦੀ ਖੋਰੀ, ਹੋਰ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਇਕੱਠੀਆਂ ਕਰਕੇ ਜਿਹੜੀਆਂ ਸੀ ਉਹ ਲੈ ਗਏ। ਹੁਣ ਕੀ ਪਰਾਲੀ ਉਸ ਖੇਤਰ ਵਿੱਚ ਨਹੀਂ ਆਉਂਦੀ? ਇੱਕ ਤਾਂ ਗੱਲ ਇਹ ਹੈ ਕਿ ਸਮਝਣ ਦੀ ਲੋੜ ਹੈ ਕਿ ਜਦੋਂ ਝੋਨੇ ਦੀ ਪਰਾਲੀ ਦਾ ਮਸਲਾ ਆਉਂਦਾ, ਮੌਸਮ ਉਹਨਾਂ ਦਿਨਾਂ ਦੇ ਵਿੱਚ ਬਦਲੀ ਹੁੰਦਾ ਹੈ, ਸਿਆਲ ਆਉਣਾ ਸ਼ੁਰੂ ਹੁੰਦਾ ਹੈ, ਤੇ ਉਹ ਜਿਹੜਾ ਮੌਸਮ ਦਾ ਜਿਹੜਾ ਇੱਕ ਬਦਲਾਅ ਹੈ ਉਹ ਵੀ ਇਸ ਕਿਸਮ ਦਾ ਬਣ ਜਾਂਦਾ ਕਿ ਐਟਮੋਸਫੀਅਰ ਹੈਵੀ ਹੋ ਜਾਂਦਾ, ਤੇ ਪੋਲੂਸ਼ਨ ਜਿਹੜਾ ਗੰਧਲਾ ਧੂੰਆਂ ਹੈ ਅਸਮਾਨ ਵੱਲ ਨੂੰ ਜਾਂਦਾ ਨਹੀਂ, ਤੇ ਬਾਰਿਸ਼ਾਂ ਵਗੈਰਾ ਕੋਈ ਹੁੰਦੀਆਂ ਨਹੀਂ, ਤੇਜ਼ ਹਵਾਵਾਂ ਵਗਦੀਆਂ ਨਹੀਂ, ਤੇ ਉਹਨਾਂ ਦਿਨਾਂ ਵਿੱਚ ਸਮੱਸਿਆ ਬਣ ਜਾਂਦੀ ਹੈ। ਇਹਨਾਂ ਦਿਨਾਂ ਵਿੱਚ ਪ੍ਰਦੂਸ਼ਣ ਕਾਫੀ ਪੁਰਾਣਾ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਅੱਜ ਤੋਂ ਕੋਈ 25 ਸਾਲ ਪਹਿਲਾਂ ਦੀ ਗੱਲ ਹੈ। ਮੈਨੂੰ ਯਾਦ ਹੈ ਕਿ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਜਿਹੜੇ ਸਾਇੰਸਦਾਨ ਸੀ ਉਹ ਅਮਰੀਕਾ, ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ ਵਿੱਚ ਭੇਜੇ ਹੋਏ ਸਨ ਕਿ ਪਤਾ ਤੇ ਕਰੋ ਪਰਾਲੀ ਦਾ ਹੱਲ ਕੀ ਹੈ ਜੀ। ਪਰ ਬਾਹਰਲੇ ਦੇਸ਼ਾਂ ਨਾਲੋਂ ਸਾਡਾ ਬਹੁਤ ਸਿਸਟਮ ਵੱਖਰਾ ਹੈ। ਸਾਡੇ ਤੇ ਜਗ੍ਹਾ ਦੀ ਘਾਟ ਹੈ, ਬਹੁਤ ਸਾਰੀਆਂ ਗੱਲਾਂ ਨੇ, ਪਾਪੂਲੇਸ਼ਨ ਬਹੁਤ ਜ਼ਿਆਦਾ, ਆਬਾਦੀ ਜ਼ਿਆਦਾ, ਤੇ ਸਾਨੂੰ ਉਸ ਹਿਸਾਬ ਨਾਲ ਉਸ ਨੂੰ ਡੀਲ ਕਰਨਾ ਪਏਗਾ ਜੀ। ਹੁਣ ਗੱਲ ਇਹ ਹੈ ਕਿ ਇਸ ਦਾ ਹੱਲ ਫਿਰ ਕੀ ਲੱਭਾ? ਹੱਲ ਇਹੋ ਹੀ ਸੀ ਕਿ ਇਹ ਅੱਗ ਨਾ ਲਾਉਣ ਦਿੱਤੀ ਜਾਵੇ, ਸਖਤੀ ਕੀਤੀ ਜਾਵੇ, ਇੱਕ ਗੱਲ। ਦੂਸਰੀ ਇਹ ਹੈ ਕਿ ਉਹ ਪਰਾਲੀ ਨੂੰ ਧਰਤੀ ਦੇ ਵਿੱਚ ਹੀ ਖਪਾਉਣ ਦਾ ਕੋਈ ਸਿਸਟਮ ਪੈਦਾ ਕੀਤਾ ਜਾਵੇ। ਪਰ ਦੇਖੋ, ਬਦਕਿਸਮਤੀ ਸਾਡੀ ਇਹ ਹੈ, ਸਰਕਾਰਾਂ ਤੇ ਦੋਸ਼ ਅਸੀਂ ਲਾ ਦਿੰਦੇ ਹਾਂ। ਇਹ ਗੱਲ ਮੈਂ ਮੰਨ ਲੈਂਦਾ ਵੀ ਸਰਕਾਰ ਇਸ ਮਾਮਲੇ ਵਿੱਚ ਲੇਟ ਲਤੀਫ ਵੀ ਰਹੀ ਹੈ, ਤੇ ਸਰਕਾਰ ਨੇ ਪ੍ਰੋਪਰ ਤਰੀਕੇ ਨਾਲ ਇਸ ਮਸਲੇ ਨੂੰ ਹੱਥ ਵੀ ਨਹੀਂ ਪਾਇਆ ਜਿਸ ਤਰ੍ਹਾਂ ਪੈਣਾ ਚਾਹੀਦਾ ਸੀ। ਸਲਾਹਾਂ ਦੇਣ ਲੱਗ ਪਿਆ, ਸਾਰੇ ਸਟੇਜਾਂ ਤੇ ਪ੍ਰੋਗਰਾਮ ਕਰਨ ਲੱਗ ਪਏ, ਆਹ ਕਰੋ ਆਹ ਕਰੋ। ਉਹ ਜਦ ਕਿ ਠੋਸ ਹੱਲ ਜਿਹੜਾ ਸੀ ਉਹ ਜ਼ਿਮੀਂਦਾਰ ਨੂੰ ਮਦਦ ਦੀ ਲੋੜ ਸੀ, ਮਦਦ ਦੇ ਜ਼ਰੀਏ ਹੀ ਉਹ ਜਿਹੜਾ ਸੀ ਪਰਾਲੀ ਨੂੰ ਜਾਂ ਖਪਾ ਸਕਦਾ ਸੀ ਜਾਂ ਚੁੱਕ ਸਕਦਾ ਸੀ। ਚੁੱਕਣ ਦਾ ਸਿਸਟਮ ਵੀ ਇੰਨਾ ਜ਼ਿਆਦਾ ਨਹੀਂ ਹੋ ਸਕਦਾ, ਬਹੁਤ ਜ਼ਿਆਦਾ ਇਹਦੀ ਬਹੁਤਾਤ ਬਹੁਤ ਹੁੰਦੀ ਹੈ। ਹੁਣ ਆ ਗਈ ਇਸ ਨੂੰ ਜ਼ਮੀਨ ਦੇ ਵਿੱਚ ਖਪਾਉਣ ਦੀ, ਉਸ ਵਾਸਤੇ ਮਸ਼ੀਨਰੀ ਵੱਡੀ ਵੀ ਚਾਹੀਦੀ, ਤੇ ਮਸ਼ੀਨਰੀ ਵੱਖਰੀ ਵੀ ਚਾਹੀਦੀ, ਤੇ ਮਹਿੰਗੀ ਵੀ ਚਾਹੀਦੀ ਹੈ। ਸਰਕਾਰ ਨੇ ਆਪਣੇ ਵੱਲੋਂ ਕੀਤਾ ਕਿ ਕਈ ਜਿਹੜੇ ਇਕੁਇਪਮੈਂਟ ਨੇ 2-3 ਕਿਸਮਾਂ ਦੇ, ਜਿਸ ਵਿੱਚ ਉਲਦਮਾ ਹਲ ਹੈ, ਜਿਹੜੇ ਪਲੋ ਵਗੈਰਾ ਨੇ, ਹੋਰ ਇਸ ਤਰ੍ਹਾਂ ਹੀ ਰੇਕਰ ਬਿਲਰ ਨੇ, ਸਾਰੀਆਂ ਚੀਜ਼ਾਂ ਦੇ ਉੱਪਰ 80% ਤੱਕ ਸਬਸਿਡੀ ਜਿਹੜੀ ਆ ਸੁਪਰ ਸੀਡਰ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੱਕ ਦੇ ਦਿੱਤੀ। ਭਾਈ ਖੜੀ ਪਰਾਲੀ ਦੇ ਵਿੱਚ ਤੁਸੀਂ ਇਸ ਨੂੰ ਫੇਰ ਕੇ ਤੇ ਤੁਸੀਂ ਕਣਕ ਵਗੈਰਾ ਬੀਜ ਸਕਦੇ ਹੋ, ਤੇ ਹੋਰ ਜਿਹੜੀਆਂ ਫਸਲਾਂ ਬੀਜਣੀਆਂ ਫਿਰ ਉਸ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਤੁਸੀਂ। ਹੁਣ ਉਹ ਮਸ਼ੀਨਰੀ ਵੀ ਠੀਕ ਹੈ, ਮਸ਼ੀਨਰੀ ਹੈਵੀ ਵੀ ਹੈ, ਹਰ ਇੱਕ ਜ਼ਿਮੀਂਦਾਰ ਲੈਣ ਦੇ ਸਮਰੱਥ ਵੀ ਨਹੀਂ ਹੈ। ਸੁਸਾਇਟੀਆਂ ਬਣਾ ਕੇ ਉਹ ਮਸ਼ੀਨਰੀ ਜਿਹੜੀ ਸੀ ਉਹ ਦੇਣੀ ਸੀ, ਦਿੱਤੀ ਵੀ ਗਈ ਹੈ। ਪਰ ਜਦੋਂ ਹੁਣ ਸਾਨੂੰ 2 ਸਾਲਾਂ ਬਾਅਦ ਪਤਾ ਲੱਗਦਾ ਸਵਲੀਨ ਕਿ ਉਸ ਵਿੱਚ ਤੇ ਸਾਡਾ ਹਜ਼ਾਰਾਂ ਕਰੋੜਾਂ ਦਾ ਫਰਾਡ ਹੋ ਗਿਆ, ਉਹ ਮਸ਼ੀਨਰੀ ਜਿੱਥੇ ਜਾਣੀ ਚਾਹੀਦੀ ਸੀ ਉੱਥੇ ਗਈ ਨਹੀਂ, ਜਿਨ੍ਹਾਂ ਨੂੰ ਫਾਇਦਾ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਮਿਲਿਆ ਨਹੀਂ, ਤੇ ਵਿੱਚੋਂ ਕੌਣ ਖਾ ਗਿਆ? ਜਦੋਂ ਖੇਤੀਬਾੜੀ ਮਸ਼ੀਨਰੀ ਦੀ ਸਬਸਿਡੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਹਿਲਾ ਜਿਹੜਾ ਇਸ ਵਿੱਚ ਰੌਲਾ ਪੈਂਦਾ ਹੈ ਕਿ ਥੋੜ੍ਹੀਆਂ ਫਰਮਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ। ਹਾਂ, ਹੋਣਾ ਤੇ ਚਲੋ ਚਾਹੀਦਾ ਇਸ ਤਰ੍ਹਾਂ ਕਿ ਜਿਹੜੀਆਂ ਸਿਲੈਕਟਡ ਨੇ, ਜਿਹੜੀਆਂ ਵਧੀਆ ਮਸ਼ੀਨਰੀ ਬਣਾਉਂਦੀਆਂ ਨੇ, ਉਹਨਾਂ ਦੇ ਨਾਮ ਜਿਹੜੇ ਨੇ ਉਹ ਲੈ ਕੇ ਤੇ ਫਿਰ ਜਿਹੜਾ ਉਹਨਾਂ ਤੇ ਸਬਸਿਡੀ ਦਿੱਤੀ ਜਾਵੇ ਕਿ ਇਸ ਫਰਮ ਦੀ ਮਸ਼ੀਨਰੀ ਤੇ ਅਸੀਂ ਇੰਨੀ ਸਬਸਿਡੀ ਦੇਵਾਂਗੇ। ਉਹ ਸਿਸਟਮ ਕਨਫਿਊਜ਼ਿੰਗ ਵੀ ਬਣਾਇਆ, ਉਹ ਕਾਫੀ ਕੁਛ ਉਸ ਵਿੱਚ ਚੈੱਕ ਪੁਆਇੰਟਸ ਵੀ ਬਣਾਏ ਗਏ, ਪਰ ਫਿਰ ਵੀ ਜਿਨ੍ਹਾਂ ਨੇ ਹੇਰਾਫੇਰੀ ਕਰਨੀ ਹੋਵੇ ਉਹ ਕੀ ਨਹੀਂ ਲੱਭ ਲੈਂਦੇ। ਉਹ ਕੁਛ ਲੋਕ ਜਿਹੜੇ ਸੀ ਉਹ ਸਰਕਾਰਾਂ ਦੀ ਤੇ ਖੇਤੀਬਾੜੀ ਅਫਸਰਾਂ ਦੀ ਮਿਲੀ ਭੁਗਤ ਨਾਲ, ਮੈਨੂੰ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਖੇਤੀਬਾੜੀ ਅਫਸਰਾਂ ਦੀ ਵੱਡੀ ਮਿਲੀ ਭੁਗਤ ਦੇ ਨਾਲ ਕੁਛ ਡੀਲਰਾਂ ਨੇ ਸਾਰੇ ਕਾਗਜ਼ ਮੈਨੂਪੂਲੇਟ ਕੀਤੇ, ਉਹ ਲਿਸਟਾਂ ਹਾਸਲ ਕੀਤੀਆਂ ਕਿਸਾਨਾਂ ਦੀਆਂ, ਉਹਨਾਂ ਨੂੰ ਸਮਾਨ ਵੇਚਿਆ, ਉਹਨਾਂ ਕੋਲੋਂ ਜੋ ਉਹਨਾਂ ਨੂੰ ਚਾਹੀਦਾ ਸੀ ਉਸ ਤੋਂ ਇਲਾਵਾ ਉਹਨਾਂ ਨੂੰ ਵਾਧੂ ਚੀਜ਼ਾਂ ਦਿੱਤੀਆਂ ਗਈਆਂ, ਅਸਲੀਅਤ ਵਿੱਚ ਦਿੱਤੀਆਂ ਵੀ ਨਹੀਂ ਗਈਆਂ, ਚੋਰੀ ਛੱਪੇ ਸਭ ਕੁਝ ਹੋਇਆ, ਤੇ ਹਜ਼ਾਰਾਂ ਕਰੋੜਾਂ ਦਾ ਘਪਲਾ। ਤੇ ਅੱਜ ਨਤੀਜਾ ਹੈ ਵੀ 10 ਸਤੰਬਰ ਹੋ ਗਈ ਹੈ ਤੇ ਫਿਰ ਅਸੀਂ ਬੈਠੇ ਹੋਏ ਤੇ ਪਰਾਲੀ ਨੂੰ ਅੱਗ ਲੱਗਣ ਵਾਲੀ, ਤੇ ਹਾਲਾਤ ਸਾਡੇ ਹੋਏ ਨੇ। ਭਗਵੰਤ ਮਾਨ ਕਹਿ ਚੁੱਕੇ ਨੇ ਕਿ ਇਸ ਵਾਰੀ ਅਸੀਂ ਕੁਝ ਵੱਖਰਾ ਕਰਾਂਗੇ। ਹੁਣ ਵੱਖਰਾ ਕੀ ਹੈ? ਉਹਨਾਂ ਨੇ ਇੱਕ ਪ੍ਰਸਤਾਵ ਭੇਜਿਆ ਹੋਇਆ ਸੀ ਕੇਂਦਰ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ, ਕਿਉਂਕਿ ਦਿੱਲੀ ਸਰਕਾਰ ਨੂੰ ਸਮੱਸਿਆ ਬਹੁਤੀ ਹੁੰਦੀ ਹੈ। ਇਹ ਥੋੜ੍ਹੀ ਜਿਹੀ ਹਾਸੋਹੀਣੀ ਵੀ ਮੈਨੂੰ ਗੱਲ ਲੱਗੀ। ਪਹਿਲਾਂ ਪ੍ਰਸਤਾਵ ਜਿਸ ਤਰ੍ਹਾਂ ਦਾ ਭੇਜਿਆ ਗਿਆ ਸੀ, ਸਹਿਜੇ ਕੀਤੇ ਮਨ ਹੋਣ ਵਾਲਾ ਵੀ ਨਹੀਂ ਸੀ। ਉਹ ਇਹ ਸੀ ਕਿ 500 ਰੁਪਇਆ ਏਕੜ ਦਾ ਅਸੀਂ ਦੇਵਾਂਗੇ, ਪੰਜਾਬ ਸਰਕਾਰ 500 ਜਿਹੜਾ ਦਿੱਲੀ ਦੀ ਸਰਕਾਰ ਦੇਵੇ। ਦਿੱਲੀ ਦੀ ਸਰਕਾਰ ਨੂੰ ਵੀ ਇਹ ਪ੍ਰਸਤਾਵ ਉਵੇਂ ਭੇਜਿਆ ਗਿਆ ਤੇ ਕੇਂਦਰ ਦੀ ਨੂੰ ਵੀ। ਕੇਂਦਰ ਕੋਲੋਂ ਮੰਗਿਆ ਗਿਆ 1500 ਰੁਪਏ ਪ੍ਰਤੀ ਏਕੜ, ਭਾਵ 1500 ਜਮਾ 500 ਜਮਾ 500, 2500 ਰੁਪਇਆ ਏਕੜ ਦਾ ਕਿਸਾਨ ਨੂੰ ਦੇਣਾ ਸੀ ਕਿ ਭਾਈ ਪਰਾਲੀ ਦਾ ਇਲਾਜ ਹੁਣ ਤੁਸੀਂ ਆਪ ਕਰੋ, ਤੇ ਅੱਗ ਨਹੀਂ ਜੀ ਅਸੀਂ ਲਾਉਣ ਦੇਣੀ। ਪਰ ਗੱਲ ਇਹ ਹੈ, ਉਹ ਪ੍ਰਸਤਾਵ ਦਿੱਲੀ ਨੂੰ ਭੇਜਿਆ ਉਹਨਾਂ ਨੇ ਤੇ ਅੱਜ ਭੇਜਿਆ ਤੇ ਕੱਲ੍ਹ ਨੂੰ ਮਨਜ਼ੂਰ ਆ।
ਜੀ ਤੇ ਦਿੱਲੀ ਜਿਹੜੀ ਕੇਂਦਰ ਸਰਕਾਰ ਸੀ ਉਹਨਾਂ ਨੇ ਨਾਮਨਜ਼ੂਰ ਕਰ ਦਿੱਤਾ ਹੈ। ਕੁਲਦੀਪ ਧਾਲੀਵਾਲ ਜਿਹੜੇ ਪੰਚਾਇਤ ਮੰਤਰੀ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਸਾਡੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਤੇ ਅਸੀਂ ਇਹ ਜਿਹੜਾ ਪ੍ਰਸਤਾਵ ਹੈ ਦੁਬਾਰਾ ਭੇਜਾਂਗੇ, ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਗੱਲ ਕਰਾਂਗੇ ਕਿ ਭਾਈ ਸਾਨੂੰ ਦਿੱਤਾ ਜਾਵੇ, ਇਹ ਹਾਲਾਤ ਦਿੱਤੇ ਜਾਣ। ਅਕਤੂਬਰ ਨਵੰਬਰ ਦੇ ਵਿੱਚ ਜਿਹੜੇ ਹਾਲਾਤ ਬਣਦੇ ਨੇ ਦਿੱਲੀ ਤੇ ਆਸ-ਪਾਸ, ਇਹ ਲੋਕੀ ਦਿੱਲੀ ਨੂੰ ਕਹਿੰਦੇ ਨੇ, ਮੈਂ ਕਹਿੰਦਾ ਸਾਰੇ ਪੰਜਾਬ, ਸਾਰੇ ਉੱਤਰੀ ਭਾਰਤ ਵਿੱਚ ਤੇ ਪਾਕਿਸਤਾਨ ਵਿੱਚ ਵੀ ਇਹੋ ਹਾਲਾਤ ਬਣਦੇ ਨੇ। ਬਿਲਕੁਲ ਇਹ ਜਿਹੜੀਆਂ ਪੰਜਾਬ ਹਰਿਆਣਾ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਦਮ ਘੁੱਟਦਾ ਹੈ ਜਾਂ NCR ਦੇ ਵਿੱਚ ਹਵਾ ਦਾ ਪ੍ਰਦੂਸ਼ਣ ਵੈਸੇ ਹੀ ਇੰਨਾ ਜ਼ਿਆਦਾ ਆ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਉੱਥੇ। ਦੀਵਾਲੀ ਦੇ ਆਸ-ਪਾਸ ਜਾ ਕੇ ਬਹੁਤ ਮੰਦੜੇ ਹਾਲਾਤ ਹੋ ਜਾਂਦੇ ਨੇ ਤੇ ਸੋ ਇਹ ਜਿਹੜਾ ਕਿਸਾਨਾਂ ਸਿਰ ਭਾਂਡਾ ਭੱਜਦਾ ਹੈ, ਅਜੇ ਤੱਕ ਠੋਸ ਹੱਲ ਨਹੀਂ ਹੈ। ਕੀ ਪੰਜਾਬ ਸਰਕਾਰ ਇਹ ਇੰਨਾ ਕਹਿ ਕੇ ਖਹਿੜਾ ਛਡਾ ਲਵੇਗੀ ਕਿ ਭਾਈ ਅਸੀਂ ਤੇ ਉਹਨਾਂ ਨੂੰ ਚਿੱਠੀ ਪਾ ਦਿੱਤੀ ਸੀ, ਉਹਨੇ ਕਿਹਾ ਅਸੀਂ ਨਹੀਂ ਤੁਹਾਨੂੰ ਦੇ ਸਕਦੇ ਕੁਝ ਵੀ। ਮੈਂ ਇੱਥੇ ਦੱਸ ਦੇਵਾਂ, ਇੱਥੇ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਵੀ ਗਿਣੀ ਜਾਵੇਗੀ। ਉਹਨਾਂ ਨੇ ਉਹ ਕੇਂਦਰ ਸਰਕਾਰ ਦੀ ਹਜ਼ਾਰਾਂ ਕਰੋੜਾਂ ਦੀ ਸਬਸਿਡੀ ਨੂੰ ਖੂਹ ਖਾਤੇ ਪਾਇਆ, ਉਹ ਕਿਸੇ ਪਾਸੇ ਲਾਈ ਨਹੀਂ ਤੇ ਫਿਰ ਪੰਜਾਬ ਸਿਰ ਇਲਜ਼ਾਮ ਲੱਗਣ ਲਈ ਤਿਆਰ ਹੈ। ਇਹ ਜਿਹੜੀਆਂ ਗੱਲਾਂ ਨੇ ਸਾਡੇ ਅੱਗੇ ਆਉਂਦੀਆਂ ਨੇ। ਸਰਕਾਰਾਂ ਤੇ ਅਸੀਂ ਹਰ ਵੇਲੇ ਦੋਸ਼ ਦੇ ਸਕਦੇ ਹਾਂ, ਪਰ ਪੰਜਾਬ ਸਰਕਾਰ, ਭਗਵੰਤ ਮਾਨ ਵਾਅਦਾ ਕਰਦੇ ਨੇ ਕਿ ਦੇਖਿਓ ਇਸ ਵਾਰੀ ਅਸੀਂ ਹੱਲ ਕਰਾਂਗੇ। ਉਹਨਾਂ ਨੇ ਇਸ ਤਰ੍ਹਾਂ ਹੀ ਆਖਿਆ ਸੀ ਕਿ ਦੇਖੀ ਜਾਓ, ਅਸੀਂ ਹੱਲ ਕਰਕੇ ਹਟਾਂਗੇ, ਇਸ ਵਾਰੀ ਪਰਾਲੀ ਦਾ ਅੱਗ ਨਹੀਂ ਲਾਉਣ ਦਿੰਦੇ। ਸੋ ਮੈਂ ਇਹਨੂੰ ਗੱਲ ਨੂੰ ਇੱਥੇ ਮੁਕਾਉਣਾ ਕਿ ਇਹਦਾ ਠੋਸ ਹੱਲ ਅਜੇ ਵੀ ਹਵਾ ਦੇ ਵਿੱਚ ਹੀ ਲਮਕਿਆ ਹੋਇਆ। ਇਸ ਦਾ ਹੱਲ ਕਿਸੇ ਕੋਲ ਲੱਭਾ ਨਹੀਂ ਹੈ ਅਜੇ ਤੱਕ। ਕਿ ਪੰਜਾਬ ਸਰਕਾਰ ਆਪਣੇ ਪੱਲਿਓਂ ਇਹ ਜਿਹੜਾ 2500 ਰੁਪਇਆ ਕਿਸੇ ਤਰੀਕੇ ਉਹਨਾਂ ਨੇ ਕੈਲਕੂਲੇਟ ਕੀਤਾ ਹੋਇਆ, ਇਹ ਦੇਵੇਗੀ ਕਿਸਾਨਾਂ ਨੂੰ? ਜੇ ਦੇਵੇਗੀ ਤਾਂ ਫਿਰ ਕੀ ਕਿਸਾਨ ਪਿਛਲੇ ਸਾਲਾਂ ਵਾਂਗ ਜਿਹੜਾ ਉਹ ਉਧਰੋਂ ਮਸ਼ੀਨਰੀ ਵੀ ਲੈ ਲਈ, ਸਬਸਿਡੀ ਵੀ ਲੈ ਲਈ ਤੇ ਮੁਆਵਜ਼ਾ ਵੀ ਲੈ ਲਿਆ, ਤੇ ਕੀ ਫੇਰ ਵੀ ਉਹ ਅੱਗ ਲਾਉਣਗੇ? ਇਸ ਗੱਲ ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਕਿਸਾਨਾਂ ਨੂੰ ਵੀ ਸਾਥ ਦੇਣਾ ਪਏਗਾ। ਤੇ ਸਰਕਾਰਾਂ ਜਿਹੜਾ ਮੈਂ ਇਹਨੂੰ ਡਰਾਮੇਬਾਜ਼ੀ ਜੇ ਕਹਾਂ ਕਿ 500 ਤੁਸੀਂ ਦੇਣੇ, ਇੱਕ ਵਾਰੀ ਇਕੱਠੀ ਗੱਲ ਕਰਕੇ ਸਲਾਹ ਕਰਕੇ ਦੇ ਦਿਓ। ਚਿੱਠੀ ਪਾਉਣ ਦਾ ਕੀ ਮਤਲਬ ਹੈ? ਸੀਜ਼ਨ ਸਿਰ ਤੇ ਖੜਾ ਹੈ ਤੇ ਕੰਮ ਮੁਕਾਓ ਜਿਹੜਾ ਵੀ ਕੰਮ ਕਰਨ ਵਾਲਾ। ਆ ਜਿਹੜੀ ਪਰਾਲੀ ਵਾਲੀ ਖਬਰ ਹੈ ਨਾ, ਇਹ ਬੜੀ ਮੌਸਮੀ ਜਿਹੀ ਖਬਰ ਹੁੰਦੀ ਹੈ। ਇਹਨਾਂ ਦਿਨਾਂ ਦੇ ਵਿੱਚ ਫਿਰ ਅਖਬਾਰਾਂ ਦੀ ਸੁਰਖੀ ਬਣ ਜਾਂਦੀ ਹੈ। ਕੁਝ ਖਬਰਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਅੱਜ ਤੇ ਵੱਡੀ ਖਬਰ ਹੈ, ਕੱਲ ਛੋਟੀ ਤੇ ਫਿਰ ਪਰਸੋਂ ਖਤਮ ਹੋ ਜਾਂਦੀ। ਪਰ ਇੱਕ ਖਬਰ ਹੈ ਜਿਹਨੂੰ 3.25 ਮਹੀਨੇ ਹੋ ਗਏ ਆ, ਉਹ ਅੱਜ ਵੀ ਉਸੇ ਤਰ੍ਹਾਂ ਹੀ ਸੁਰਖੀ ਬਣਦੀ ਹੈ, ਉਸੇ ਤਰ੍ਹਾਂ ਹੀ ਹੈਡਲਾਈਨ ਬਣਦੀ ਹੈ। ਮੈਂ ਗੱਲ ਕਰਦੀ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ। ਅੱਜ ਫਿਰ ਸਾਰੀ ਦਿਹਾੜੀ ਕਤਲ ਕੇਸ ਜਿਹੜਾ ਹੈ ਉਹ ਚਰਚਾ 'ਚ ਰਿਹਾ ਆ, ਖਬਰਾਂ ਦੀ ਸੁਰਖੀ ਰਿਹਾ ਆ। ਕੀ ਅਪਡੇਟ ਆਈ ਅੱਜ? ਸਵਲੀਨ, ਸਿੱਧੂ ਮੂਸੇਵਾਲੇ ਦਾ ਕਤਲ ਕੇਸ ਹੁਣ ਇੱਕ ਗੱਲ ਤੇ ਪੱਕੀ ਹੈ ਕਿ ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਜਿਹੜਾ ਸੀ ਉਹ ਜਿਹੜੀ ਗੈਂਗਵਾਰ ਹੋਈ ਹੈ ਪੰਜਾਬ ਵਿੱਚ, ਹੁੰਦੀ ਹੈ ਜਾਂ ਹੋ ਰਹੀ ਹੈ ਜਾਂ ਚੱਲ ਰਹੀ, ਉਹਦਾ ਇੱਕ ਟਾਈਮ ਲਾਈਨ ਜੇ ਦਿੱਤੀ ਉਹਦੀ ਕਿ ਦੇਖੋ ਇਹਨੀ ਫਲਾਨੇ ਸਮੇਂ ਤੇ ਇਸ ਗਰੁੱਪ ਨੇ ਆਹ ਬੰਦਾ ਮਾਰ ਦਿੱਤਾ, ਉਹ ਮਾਰ ਦਿੱਤਾ। ਬੜੇ ਨਾਮ ਆਏ ਉਸ ਦੇ ਵਿੱਚ। ਬਦਕਿਸਮਤੀ ਹੈ ਕਿ ਪੰਜਾਬ ਦਾ ਨੌਜਵਾਨ ਕਿੱਧਰ ਨੂੰ ਤੁਰ ਪਿਆ। ਪਰਟੀਕੂਲਰਲੀ ਅਸੀਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਗੱਲ ਕਰਾਂਗੇ। 2 ਮੋਡਿਊਲ ਪੁਲਿਸ ਨੇ ਮੋਡਿਊਲ ਲਫ਼ਜ਼ ਇਸ ਲਈ ਵਰਤਿਆ। 2 ਮੋਡਿਊਲ ਅਸੀਂ ਪੰਜਾਬੀ 'ਚ ਕਹਿ ਲੈਂਦੇ ਕਿ ਦੋ ਜਿਹੜੇ ਟੋਲੇ ਸਨ, 2 ਗਰੁੱਪ ਸਨ। 2 ਵੱਖਰੇ ਟੋਲਿਆਂ ਦੇ ਵਿੱਚ 2 ਗੱਡੀਆਂ ਦੇ ਵਿੱਚ 6 ਵਿਅਕਤੀ ਜਿਹੜੇ ਸੀ ਉਹ ਮੌਜੂਦ ਸਨ, ਜਿਨ੍ਹਾਂ ਨੇ ਮੂਸੇਵਾਲੇ ਦਾ ਪਿੱਛਾ ਕੀਤਾ, ਉਸਨੂੰ ਘੇਰਿਆ ਤੇ ਗੋਲੀਆਂ ਚਲਾਈਆਂ। ਇਹ ਸੀ ਪ੍ਰਿਆਵਰਤ ਫੌਜੀ, ਕਸ਼ਿਸ਼, ਅੰਕਿਤ ਸ਼ੇਰਸਾ, ਜਗਰੂਪ ਰੂਪਾ ਤੇ ਮਨਪ੍ਰੀਤ ਮਨੂ। ਤੇ ਹੁਣ ਜਿਹੜੇ ਇਹ 5 ਮੈਂ ਨਾਮ ਲਏ ਨੇ, ਜਿਨ੍ਹਾਂ ਵਿੱਚੋਂ 2 ਮਾਰੇ ਜਾ ਚੁੱਕੇ ਨੇ ਮੁਕਾਬਲੇ ਵਿੱਚ, ਜਗਰੂਪ ਰੂਪਾ ਤੇ ਮਨਪ੍ਰੀਤ ਮਨੂ। ਪ੍ਰਿਆਵਰਤ ਫੌਜੀ, ਕਸ਼ਿਸ਼ ਤੇ ਅੰਕਿਤ ਸ਼ੇਰਸਾ ਪਹਿਲਾਂ ਫੜੇ ਜਾ ਚੁੱਕੇ ਨੇ ਤੇ ਹੁਣ ਜਿਹੜੇ ਨੇ ਇਹ ਫੜੇ ਹੋਏ ਨੇ। ਇਹ ਜਿਹੜਾ ਨੌਜਵਾਨ ਫੜਿਆ ਦੀਪਕ ਮੁੰਡੀ, ਇਹ ਨੇਪਾਲ ਦੇ ਬਾਰਡਰ ਤੋਂ ਫੜਿਆ ਗਿਆ। ਬੰਗਾਲ ਦੇ ਬਾਰਡਰ ਤੋਂ ਜੋ ਨੇਪਾਲ ਵਿੱਚ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਕੀ ਸੀ। ਐਂਟੀ ਗੈਂਗਸਟਰ ਟਾਸਕ ਫੋਰਸ, ਜਿਸ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਹੈ, ਕੇਂਦਰੀ ਏਜੰਸੀਆਂ ਸ਼ਾਮਲ ਨੇ ਤੇ ਦਿੱਲੀ ਪੁਲਿਸ ਸ਼ਾਮਲ ਹੈ। ਇਹਨਾਂ ਦੇ ਇਕੱਠੇ ਗਰੁੱਪ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਕੱਲਾ ਨਹੀਂ ਫੜਿਆ, ਉਸ ਦੇ ਨਾਲ 2 ਸਾਥੀ ਕਪਿਲ ਪੰਡਤ ਤੇ ਰਜਿੰਦਰ ਵੀ ਜਿਹੜੇ ਨੇ ਉਹ ਫੜੇ ਗਏ ਨੇ। ਹੁਣ ਇਹ ਜਿਹੜਾ ਗਰੁੱਪ ਹੈ, ਇਹ ਬਲੈਰੋ ਗੱਡੀ ਵਾਲਾ ਗਰੁੱਪ ਹੈ, ਜਿਨ੍ਹਾਂ ਦੇ ਬਾਰੇ ਇਹ ਗੱਲ ਆਈ ਸੀ ਕਿ ਬਲੈਰੋ ਗੱਡੀ ਜਦੋਂ ਉੱਥੋਂ ਨਿਕਲੇ ਨੇ ਤੇ ਥੋੜੀ ਦੂਰ ਜਾ ਕੇ ਜਿਹੜੀ ਸੀ ਇਹ ਫਸ ਵੀ ਗਈ ਸੀ ਗੱਡੀ, ਤੇ ਪੁਲਿਸ ਵਾਲੀ ਗੱਡੀ ਇਹਨਾਂ ਦੇ ਕੋਲ ਦੀ ਲੰਘ ਗਈ ਸੀ। ਇਹ ਉੱਥੇ ਹੀ ਘੁੰਮਦੇ ਰਹੇ ਤੇ ਜਿਹੜੇ ਫਿਰ ਇਹਨਾਂ ਨੂੰ ਸਾਂਭਣ ਵਾਲੇ ਸਨ ਅੱਗੇ, ਇਹ ਬੇਸਿਕਲੀ ਹੁਣ ਜਿਹੜੇ 6 ਜਣੇ ਉਸ ਪਿੰਡ ਦੇ ਵਿੱਚ ਜਵਾਰਕੇ ਦੇ ਵਿੱਚ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਘੇਰਿਆ, ਗੋਲੀਆਂ ਚਲਾਈਆਂ, ਇਹ ਸਾਰੇ ਦੇ 6 ਜਣੇ, 6 ਦੇ 6 ਜਿਹੜੇ ਨੇ ਉਹ ਇਸ ਵੇਲੇ ਜਾਂ 2 ਮਾਰੇ ਗਏ ਨੇ ਤੇ 4 ਗ੍ਰਿਫਤਾਰ ਹੋ ਚੁੱਕੇ ਨੇ। ਸੋ ਹੁਣ ਉਹਨਾਂ ਦੇ ਹੈਂਡਲਰ ਜਿਹੜੇ ਨੇ ਉਹਨਾਂ ਵਿੱਚੋਂ ਵੀ ਬੰਦੇ ਫੜੇ ਜਾ ਚੁੱਕੇ ਨੇ।
ਇਹ ਕਪਿਲ ਪੰਡਿਤ ਤੇ ਰਜਿੰਦਰ ਜਿਹੜੇ ਨੇ ਹੈਂਡਲਰ ਨੇ, ਇਹ ਉਹੀ ਸੀ ਜਿਨ੍ਹਾਂ ਨੇ ਸਾਜੋ ਸਮਾਨ, ਗੱਡੀਆਂ, ਹਥਿਆਰ ਸਭ ਕੁਝ ਇਹਨਾਂ 6 ਜਣਿਆਂ ਨੂੰ ਦਿੱਤਾ ਤੇ ਪਹੁੰਚਾਇਆ। ਜੀ ਬਾਅਦ ਵਿੱਚ ਵੀ ਇਸ ਗਰੁੱਪ ਨੂੰ ਜਿਹੜਾ ਸੀ ਮੁੰਡੀ ਵਗੈਰਾ ਨੂੰ ਸਾਂਭਣ ਦੇ ਵਿੱਚ ਕਪਿਲ ਪੰਡਿਤ ਤੇ ਰਜਿੰਦਰ ਵਰਗਿਆਂ ਦਾ ਹੀ ਕੰਮ ਸੀ। ਅੱਜ ਤੱਕ ਵੀ ਉਹਦੇ ਨਾਲ ਹੀ ਸੀ। ਗੋਆ ਦੇ ਵਿੱਚ ਵੀ ਪਹੁੰਚੇ, ਹੋਰ ਕਈ ਜਗ੍ਹਾ ਤੇ ਗੁਜਰਾਤ ਦੇ ਵਿੱਚ ਪਹੁੰਚੇ ਨੇ। ਉੱਥੇ ਦੇਖਿਆ ਗਿਆ ਕਿ ਪਾਰਟੀ ਵਗੈਰਾ ਕਰ ਰਹੇ ਨੇ, ਗੱਡੀ ਦੇ ਵਿੱਚ ਵੀ ਇਕੱਠੇ ਸੀ ਇੱਕ ਜਗ੍ਹਾ ਤੇ। ਸੋ ਇਹ ਉਹ ਨੇ। ਹੁਣ ਅਸਲੀ ਜਿਹੜੇ ਇਹਨਾਂ ਦੇ ਆਕਾ ਨੇ, ਉਹਨਾਂ ਵਿੱਚੋਂ ਸਾਰਿਆਂ ਤੁਹਾਨੂੰ ਪਤਾ ਹੈ ਕਿ ਬਿਸ਼ਨੋਈ ਗਰੁੱਪ ਆ ਜ਼ਿਆਦਾ, ਔਰ ਬਿਸ਼ਨੋਈ ਚੋਂ ਗੋਲਡੀ ਬਰਾੜ ਤੇ ਲਿਪਿਨ ਮਹਿਤਾ ਦਾ ਅਜੇ ਤੱਕ ਕੋਈ ਪਤਾ ਨਹੀਂ ਹੈ। ਗੋਲਡੀ ਬਰਾੜ ਤੇ ਲਿਪਿਨ ਮਹਿਤਾ ਬਾਰੇ ਸਰਕਾਰ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀ। ਵਿਦੇਸ਼ਾਂ ਵਿੱਚ ਬੈਠੇ ਹੋ ਸਕਦੇ ਨੇ। ਰਿੰਦਾ ਵੀ ਇੱਕ ਨਾਂ ਦਾ ਵਿਅਕਤੀ, ਪਰ ਐਗਜ਼ੈਕਟਲੀ ਇਹਦੇ ਨਾਲ ਜੁੜਿਆ ਹੋਇਆ ਸ਼ਾਇਦ ਉਹ ਨਹੀਂ ਹੈ। ਪਰ ਗੋਲਡੀ ਬਰਾੜ ਤੇ ਲਿਪਿਨ ਮਹਿਤਾ ਬਿਲਕੁਲ ਇਸ ਗਰੁੱਪ ਦੇ, ਜਿਹੜਾ ਸੀ 6 ਦਾ, ਜਿਹੜੇ 2 ਗਰੁੱਪ ਸੀ ਉਹਨਾਂ ਦੇ ਆਕਾ ਮੰਨੇ ਜਾਂਦੇ ਨੇ। ਹੁਣ ਬਿਸ਼ਨੋਈ ਜਿਹੜੇ ਨੇ, ਲਾਰੈਂਸ ਬਿਸ਼ਨੋਈ, ਸਚਿਨ ਬਿਸ਼ਨੋਈ ਤੇ ਅਨਮੋਲ, ਇਹ 3, ਜਿਹੜਾ ਲਾਰੈਂਸ ਬਿਸ਼ਨੋਈ ਆ ਪਹਿਲਾਂ ਹਿਰਾਸਤ ਵਿੱਚ ਹੈ, ਸਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਇਸ ਵੇਲੇ। ਜਿਹੜਾ ਹੈਗਾ ਸਚਿਨ ਬਿਸ਼ਨੋਈ, ਉਹ ਅਜ਼ਰਬਾਈਜਾਨ ਦੇ ਵਿੱਚ ਗ੍ਰਿਫਤਾਰ ਹੋਇਆ। ਹੁਣ ਇੱਕ ਬੜੀ ਭੇਦ ਭਰੀ ਜੀ ਗੱਲ ਹੈ, ਉਹ ਇਹ ਹੈ ਕਿ ਜਿਸ ਦਿਨ ਸਚਿਨ ਬਿਸ਼ਨੋਈ ਜਿਹੜਾ ਹੈ ਅਜ਼ਰਬਾਈਜਾਨ ਦੇ ਵਿੱਚੋਂ, ਅਜ਼ਰਬਾਈਜਾਨ ਮੈਂ ਦੱਸ ਦੇਵਾਂ ਕਿ ਰਸ਼ੀਆ ਦੇ ਵਿੱਚੋਂ ਅਲੱਗ ਹੋਇਆ ਇੱਕ ਵੱਖਰਾ ਇਲਾਕਾ ਹੈ, ਜੋ ਜਦੋਂ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕ ਸੀ ਤੇ ਉਸ ਦੇ ਵਿੱਚੋਂ ਜਦੋਂ ਉਹ ਖਿਲ ਰਿਹਾ ਤੇ ਫਿਰ ਉਸ ਦੇ ਵਿੱਚੋਂ ਜਿਹੜੇ ਦੇਸ਼ ਨਿਕਲੇ ਉਹਨਾਂ ਵਿੱਚੋਂ ਇੱਕ ਅਜ਼ਰਬਾਈਜਾਨ ਆ ਜੀ, ਉੱਥੇ ਗ੍ਰਿਫਤਾਰ ਹੋਇਆ। ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਭਾਰਤ ਦਾ ਜਿਹੜਾ ਮੰਤਰਾਲਾ ਹੈ, ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਉਹਨਾਂ ਨੇ ਡਿਟੇਲ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇੱਕ ਬੰਦਾ ਅਜ਼ਰਬਾਈਜਾਨ ਵਿੱਚ ਤੇ ਦੂਸਰਾ ਕੀਨੀਆ ਵਿੱਚ ਫੜਿਆ ਗਿਆ। ਹੁਣ ਉਹਦੇ ਬਾਰੇ, ਅਜ਼ਰਬਾਈਜਾਨ ਦੇ ਬਾਰੇ ਬੰਦੇ ਬਾਰੇ ਤਾਂ ਪਤਾ ਲੱਗ ਗਿਆ ਕਿ ਸਚਿਨ ਬਿਸ਼ਨੋਈ ਹੈ। ਅਜੇ 1 ਸਤੰਬਰ ਦੀ ਇਹ ਗੱਲ ਹੈ, ਹਲੇ 8-9 ਦਿਨ, 8 ਦਿਨ ਹੋ ਗਏ ਨੇ। ਉਸ ਬਾਰੇ ਕੋਈ ਹੋਰ ਜਾਣਕਾਰੀ ਨਿਕਲ ਕੇ ਨਹੀਂ ਆਈ ਕਿ ਉਹ ਲਿਆਂਦਾ ਜਾ ਰਿਹਾ ਹੈ, ਉਸ ਦੀ ਐਕਸਟ੍ਰਾਡਾਈਟ ਉਹ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ, ਪਰ ਫੜ ਲਿਆ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ। ਹੁਣ ਜਿਹੜਾ ਇੱਕ ਕੇਨੀਆ ਵਿੱਚ ਕੌਣ ਹੈ, ਕੀ ਉਹ ਅਨਮੋਲ ਬਿਸ਼ਨੋਈ ਹੈ, ਕੀ ਉਹ ਕਿਸੇ ਹੋਰ ਮੁਲਕ ਤੋਂ ਭੱਜ ਕੇ ਉੱਥੇ ਗਿਆ, ਪਰ ਫੜਿਆ ਉਹ ਵੀ ਗਿਆ, ਪਰ ਉਹਦੇ ਬਾਰੇ ਡਿਟੇਲ ਅਜੇ ਤੱਕ ਦਿੱਤੀ ਨਹੀਂ ਗਈ। ਜੀ, ਪ੍ਰੋਗਰਾਮ ਨੂੰ ਅਸੀਂ ਕੁਲਦੀਪ ਜੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹੋਰ ਵੀ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਨੀ ਹੈ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰੀਏ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ। ਕਈ ਸਾਲ ਹੋ ਗਏ ਹੋਈਆਂ ਨਹੀਂ, ਕਈ ਪੰਥਕ ਜਥੇਬੰਦੀਆਂ ਇਹਦੇ 'ਚ ਗੁੱਸੇ ਵੀ ਨਜ਼ਰ ਆ ਰਹੀਆਂ ਨੇ, ਪਰ ਹੁਣ ਖਬਰ ਆਈ ਹੈ ਕਿ ਸਾਬਕਾ ਜਥੇਦਾਰ ਨੇ ਧਮਕੀ ਜੀ ਦਿੱਤੀ ਹੈ ਵੀ ਜੇ ਤੁਸੀਂ ਚੋਣਾਂ ਦਾ ਐਲਾਨ ਛੇਤੀ ਨਾ ਕੀਤਾ ਤੇ ਅਸੀਂ ਧਰਨੇ ਤੇ ਬਹਿ ਜਾਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਸੂਲਨ ਜਿਹੜੀਆਂ ਆ ਉਹ ਕਾਫੀ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ। ਇਸ ਵੇਲੇ ਜਿਹੜੇ ਹਾਲਾਤ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ, ਇਸ ਵਿੱਚ 191 ਮੈਂਬਰ ਨੇ ਤੇ 11 ਸਾਲ ਹੋ ਗਿਆ ਵੋਟਾਂ ਹੋਈਆਂ ਨੂੰ। ਤੇ ਹੁਣ ਜਿਹੜੀ ਪਿੱਛੇ ਜਿਹੇ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨ ਵਜੋਂ ਚੋਣ ਹੋਈ ਸੀ, ਇਹਨਾਂ ਵਿੱਚੋਂ 23 ਮੈਂਬਰ ਜਿਹੜੇ ਨੇ ਟੋਟਲ ਹਾਊਸ ਦੇ ਵਿੱਚੋਂ ਹੁਣ ਤੱਕ ਉਹਨਾਂ ਦੀ ਇਸ ਦੌਰ ਦੇ ਦਰਮਿਆਨ 11 ਸਾਲਾਂ 'ਚ ਮੌਤ ਹੋ ਚੁੱਕੀ ਹੈ, ਦੇਹਾਂਤ ਹੋ ਚੁੱਕਾ ਉਹਨਾਂ ਦਾ। ਕੁਝ ਛੱਡ ਵੀ ਗਏ ਨੇ, ਸੁੱਚਾ ਸਿੰਘ ਲੰਗਾ ਵਗੈਰਾ ਤੇ ਹੋਰ। ਇਹਨਾਂ ਇਹ ਉਹਨਾਂ ਨੂੰ ਅਸਤੀਫੇ ਦਿੱਤੇ ਨੇ ਉਹਨਾਂ ਨੇ। ਹੁਣ ਇਹ ਸਾਰਾ ਕੁਛ ਜਦੋਂ ਇਲੈਕਟਡ ਬੋਡੀ ਉੱਥੇ ਦੇਖ ਰੇਖ ਕਰ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 11 ਸਾਲ ਪਹਿਲਾਂ ਹਾਲਾਤ ਕਿਹੋ ਜਿਹੇ ਸਨ ਤੇ ਪੰਜਾਬ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਹਨਾਂ ਲੋਕਾਂ ਦੀ ਚੱਲਦੀ ਸੀ, ਕਿਵੇਂ ਦੀ ਚੱਲਦੀ ਸੀ। ਤੇ ਉਹਨਾਂ ਦੇ ਹੀ ਵਿਅਕਤੀ ਉੱਥੇ ਬੈਠੇ ਹੋਏ ਨੇ। ਜਦੋਂ ਕਿਤੇ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਤੇ ਇੱਕ ਪਾਸੜ ਜੀ ਗੱਲ ਹੋ ਜਾਂਦੀ ਹੈ, 10-15 ਵੋਟਾਂ ਜਿਹੜੀਆਂ ਨੇ ਵਿਰੋਧੀ ਧਿਰ ਨੂੰ ਪੈਂਦੀਆਂ ਨੇ, ਬਾਕੀ ਸਾਰੀਆਂ ਇੱਕ ਪਾਸੇ ਨੂੰ ਪੈ ਜਾਂਦੀਆਂ ਨੇ। ਔਰ ਅਖੀਰਲੇ ਮੌਕੇ ਤੇ ਪ੍ਰਧਾਨ ਸਾਹਿਬ ਦਾ ਨਾਮ ਅਨਾਉਂਸ ਹੁੰਦਾ ਹੈ। ਇਹ ਬਾਦਲ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜਾਗੀਰ ਇਸ ਨੂੰ ਆਖਦੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ। ਇਸ ਵਿੱਚ ਕੋਈ ਝੂਠ ਵੀ ਕਦੇ ਕੋਈ ਬਹੁਤਾ ਜਾਪਿਆ ਨਹੀਂ। ਵੈਸੇ ਤੇ ਜੇ ਛੋਟੀਆਂ ਮੋਟੀਆਂ ਸੰਸਥਾਵਾਂ ਨੂੰ, ਜਥੇਬੰਦੀਆਂ ਨੂੰ ਗਿਣ ਲਿਆ ਜਾਵੇ, ਜਿਹੜੇ ਗਰੁੱਪਸ ਨੇ ਉਹ 100 ਤੋਂ ਉੱਪਰ ਗਰੁੱਪਸ ਨੇ ਜਿਹੜੇ ਡਿਮਾਂਡ ਕਰ ਰਹੇ ਨੇ ਆਪਣੇ ਆਪਣੇ ਤੌਰ ਤੇ ਕਿ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ। ਬਹੁਤ ਵਾਰੀ ਮੁੱਦੇ ਹੋਰ ਕਈ ਉੱਠਦੇ ਰਹੇ ਨੇ। ਸਹਿਜਧਾਰੀ ਸਿੱਖਾਂ ਦਾ ਮੁੱਦਾ, ਵੋਟ ਦਾ ਮੁੱਦਾ, ਗੁਰਦੁਆਰਾ ਕਮਿਸ਼ਨ ਕੀ ਆਖਦਾ ਹੈ, ਕਿਸ ਨੇ ਕਰਨੀਆਂ ਨੇ, ਸਰਕਾਰ ਇਸ ਵਿੱਚ ਕੀ ਕਹਿੰਦੀ ਹੈ, ਅਦਾਲਤਾਂ ਕੀ ਕਹਿੰਦੀਆਂ ਨੇ, ਕਿਉਂਕਿ ਕਾਨੂੰਨਨ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਹੈ। ਪੁਰਾਣੀ ਇਹ ਸੰਸਥਾ ਹੈ, ਅੰਗਰੇਜ਼ਾਂ ਦੇ ਵੇਲੇ ਦੀ ਬਣੀ ਹੋਈ। ਜਦੋਂ
ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀ ਸ਼੍ਰੋਮਣੀ ਕਮੇਟੀ ਕੋਲ ਆ, ਸਾਰਿਆਂ ਨੂੰ ਪਤਾ ਹੈ ਕਿ ਇੱਕ ਸਟੈਪ ਕਰਕੇ ਜਿਹੜਾ ਸੀ ਉਹ ਲਿਆ ਗਿਆ ਤੇ ਕਿਸ ਤਰ੍ਹਾਂ ਕੁਰਬਾਨੀਆਂ ਦੇਣੀਆਂ ਪਈਆਂ, ਤੇ ਫਿਰ ਉਸ ਦੇ ਵਿੱਚ ਇੰਨੀ ਟਰਾਂਸਪੇਰੈਂਸੀ ਅੱਜ ਨਾ ਹੋਣ ਦਾ ਮਤਲਬ ਨਹੀਂ ਹੈ ਕੋਈ। ਮੋਟੀਆਂ ਮੈਂ ਜਿਹੜੀਆਂ ਜਥੇਬੰਦੀਆਂ ਮੈਂ ਉਹਨਾਂ ਦਾ ਨਾਮ ਲੈ ਦਿੰਦਾ। ਪੰਥਕ ਲਹਿਰ ਹੈ, ਪੰਥਕ ਤਾਲਮੇਲ ਸੰਗਠਨ ਹੈ, ਅਕਾਲ ਪੁਰਖ ਕੀ ਫੌਜ, ਸ੍ਰੀ ਗੁਰੂ ਸਿੰਘ ਸਭਾ ਹੈ, ਗਿਆਨ ਪ੍ਰਕਾਸ਼ ਟਰਸਟ ਹੈ, ਸਿੱਖ ਵਿਰਸਾ ਫਾਊਂਡੇਸ਼ਨ ਹੈ, ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਹੈ, ਸਿੱਖ ਸੇਵਕ ਸੁਸਾਇਟੀ ਤੇ ਮਿਸ਼ਨਰੀ ਕਾਲਜਾਂ ਦੇ ਗਰੁੱਪ ਨੇ ਜੋ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਕਰਵਾਉਣੀਆਂ ਚਾਹੁੰਦੇ ਨੇ। ਜਥੇਦਾਰ ਰਣਜੀਤ ਸਿੰਘ ਜੋ ਸਾਬਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਹੁਣ ਇਹ ਵੀ ਜਿਹੜਾ ਬੜਾ ਰੌਲਾ ਗੋਲਾ ਸਾਡੇ ਪਿਆ ਰਹਿੰਦਾ ਹੈ ਕਿ ਅਕਾਲ ਤਖ਼ਤ ਦੇ ਕੋਈ ਅੰਤਰਿਮ ਹੈ, ਕੋਈ ਮੁਤਵਾਜ਼ੀ ਹੈ, ਕੋਈ ਕੁਛ ਹੈ, ਕੋਈ ਕਿਸੇ ਨੇ ਬਣਾਏ ਹੋਏ ਨੇ। ਇਹ ਬੜਾ ਭੰਬਲ ਭੂਸੇ ਵਾਲੀ ਸਥਿਤੀ ਸਾਡੀ ਕੌਮ ਲਈ ਜਿਹੜੀ ਹੈ ਨਾ ਬਣੀ ਰਹਿੰਦੀ ਹੈ। ਜਥੇਦਾਰ ਰਣਜੀਤ ਸਿੰਘ ਸਾਬਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਬੜੇ ਬੇਬਾਕੀ ਨਾਲ ਬੋਲਦੇ ਨੇ ਤੇ ਬਾਦਲ ਪਰਿਵਾਰ ਦੇ ਵਿਰੁੱਧ ਬੋਲਦੇ ਨੇ। ਉਹਨਾਂ ਦਾ ਜਿਹੜਾ ਇੱਕ ਸਿਸਟਮ ਹੈ, ਇੱਕ ਪਰਿਵਾਰਵਾਦ ਜਿਹੜਾ ਹੈ, ਇੱਕ ਉਹ ਇਸ ਸੰਸਥਾ ਦੇ ਵਿੱਚ ਆ ਚੁੱਕਾ ਹੈ, ਉਸ ਦੇ ਖਿਲਾਫ ਉਹ ਖੁੱਲ੍ਹ ਕੇ ਬੋਲਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਹੁਣ ਉਹਨਾਂ ਦੀ ਜੇ ਇੱਕ ਜਥੇਬੰਦੀ ਹੈ, ਉਹਨਾਂ ਨੇ ਐਲਾਨ ਕੀਤਾ ਹੈ ਕਿ ਛੇਤੀ ਕਰਵਾਓ ਤੇ ਇੱਕ ਪਰਿਵਾਰ ਇਸ ਤੇ ਜਾਗੀਰ ਇਸ ਨੂੰ ਬਣਾ ਕੇ ਬੈਠਾ, ਇਹਨਾਂ ਤੋਂ ਖਹਿੜਾ ਛਡਾਓ, ਨਹੀਂ ਤੇ ਅਸੀਂ ਐਸੇ ਮਹੀਨੇ ਦੇ ਵਿੱਚ ਅਸੀਂ ਜਿਹੜਾ ਮੋਰਚਾ ਸ਼ੁਰੂ ਕਰ ਦੇਵਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ। ਹੁਣ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ 'ਚ ਨਹੀਂ ਹੈ। ਕੀ ਸਰਕਾਰ ਕੁਝ ਕਰ ਸਕਦੀ ਹੈ? ਜੀ ਨਹੀਂ, ਪੰਜਾਬ ਸਰਕਾਰ ਇਸ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੀ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਤੇ ਹੋਣਗੀਆਂ, ਇਸ ਤਰ੍ਹਾਂ ਪਿਛਲੇ ਜਿਹੇ ਦਿਨਾਂ ਵਿੱਚ ਲੱਗਾ ਸੀ ਕਿ ਸ਼ਾਇਦ ਤਿਆਰੀਆਂ ਹੋ ਰਹੀਆਂ ਨੇ, ਕੁਝ ਲਿਸਟਾਂ ਵਗੈਰਾ ਬਣ ਰਹੀਆਂ ਨੇ ਤੇ ਸ਼ਾਇਦ ਕੋਈ ਹਿੱਲ ਜੁਲ ਹੋਵੇ। ਪਰ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਦੇ ਜਿਸ ਤਰ੍ਹਾਂ ਦੇ ਹਾਲਾਤ ਹੋਏ ਨੇ ਪੰਜਾਬ ਦੀਆਂ ਵਿਧਾਨ ਸਭਾ ਤੇ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ, ਉਹ ਨਹੀਂ ਚਾਹੁੰਗੇ ਕਿ ਜਿਸ ਤਰ੍ਹਾਂ ਲੋਕ ਸਾਡੇ ਵਿਰੁੱਧ ਨੇ ਤੇ ਸਾਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਲੋਕਾਂ ਦੇ ਸਾਹਮਣੇ ਲੈ ਕੇ ਜਾਣ ਲਈ, ਤੇ ਗੁਰਦੁਆਰਾ ਪ੍ਰਬੰਧਨ ਤੇ ਪਹਿਲਾਂ ਹੀ ਸਾਡੇ ਤੇ ਜਿਹੜਾ ਉਂਗਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਤੇ ਸਾਨੂੰ ਜਵਾਬ ਨਹੀਂ ਜੇ ਆਉਣਾ, ਉਹ ਔਖੇ ਹੋ ਜਾਣਗੇ। ਤੋ ਉਹਨੂੰ ਮੈਂ ਸਮਝਦਾ ਕਿ ਉਹ ਨਹੀਂ ਚਾਹੁੰਗੇ ਕਿ ਇਲੈਕਸ਼ਨਾਂ ਹੋਣ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਜੋ ਸਾਡੇ ਥੋੜੇ ਜਿਹੇ ਵਡੇਰੀ ਉਮਰ ਦੇ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਅਕਾਲੀ ਦਲ ਤੇ ਨਾਲ ਪੰਜਾਬ ਸਰਕਾਰ ਫਿਰ ਇਹ ਸਿਆਸਤ ਜੀ ਬਣ ਜਾਂਦੀ ਹੈ ਤੇ ਕਈ ਵਾਰੀ ਬੜੇ ਭਿਆਨਕ ਨਤੀਜੇ ਵੀ ਇਸ ਦੇ ਨਿਕਲੇ ਨੇ ਕਿ ਕਿਉਂ ਸਿੱਖਾਂ ਦੇ ਮਸਲਿਆਂ ਵਿੱਚ ਸਰਕਾਰਾਂ ਕਿਉਂ ਦਖਲਅੰਦਾਜ਼ੀ ਕਰਦੀਆਂ। ਮੈਂ ਅੱਜ ਵੀ ਇਹ ਕਹਿਣਾ ਕਿ ਸਰਕਾਰਾਂ ਸਿਰਫ ਇੰਨੀ ਦਖਲਅੰਦਾਜ਼ੀ ਕਰਨ ਕਿ ਟਾਈਮ ਸਿਰ ਸਮੇਂ ਸਿਰ ਚੋਣਾਂ ਕਰਵਾਈਆਂ ਜਾਣ ਤਾਂ ਕਿ ਲੋਕਾਂ ਦੀ ਸਹੀ ਆਵਾਜ਼ ਜਿਹੜੀ ਹੈ ਉਹ ਸਹੀ ਸਮੇਂ ਤੇ ਉੱਥੇ ਬੈਠ ਸਕੇ ਤੇ ਗੁਰਦੁਆਰਾ ਦਾ ਪ੍ਰਬੰਧ ਦੇਖ ਸਕੇ। 11 ਸਾਲਾਂ ਦੇ ਵਿੱਚ ਬਹੁਤ ਕੁਝ ਬਦਲ ਚੁੱਕਾ ਹੈ, ਇਨਫੋਰਮੇਸ਼ਨ ਦਾ ਯੁੱਗ ਹੈ ਤੇ ਉਸ ਯੁੱਗ ਨੂੰ ਅੱਗੇ ਲੈ ਕੇ ਜਾਣ ਵਾਸਤੇ ਤੇ ਸਿੱਖ ਪਰੰਪਰਾਵਾਂ, ਸਿੱਖ ਸੰਸਥਾਵਾਂ ਜਿਹੜੀਆਂ ਹਨ ਨਵੇਂ ਤਰੀਕੇ ਨਾਲ ਅੱਗੇ ਵਧਣ, ਅਸੀਂ ਵੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ। ਜੀ ਜਾਂਦੇ ਜਾਂਦੇ ਨਾ ਗੱਲ ਕਰਦੇ ਹਾਂ ਮਹਾਰਾਣੀ ਐਲਿਜ਼ਾਬੈਥ ਦੀ। ਜਦੋਂ ਉਹਨਾਂ ਦੀ ਡੈਥ ਹੁੰਦੀ ਹੈ, ਮੌਤ ਹੁੰਦੀ ਹੈ, ਦੇਹਾਂਤ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਵੀਡੀਓ ਬਹੁਤ ਵਾਇਰਲ ਹੁੰਦੀ ਹੈ। ਮਹਾਰਾਣੀ ਜਲਿਆਂਵਾਲੇ ਬਾਗ 'ਚ ਜਾਂਦੇ ਨੇ। ਇਹ ਵੀਡੀਓ, ਇਹ ਖਬਰਾਂ ਬਹੁਤ ਜ਼ਿਆਦਾ ਹਾਈਲਾਈਟ ਹੁੰਦੀਆਂ ਨੇ, ਸੁਰਖੀਆਂ ਬਟੋਰਦੀਆਂ ਨੇ। ਕੀ ਸੀ ਉਸ ਵੀਡੀਓ ਦੇ ਵਿੱਚ ਅਜਿਹਾ ਕਿ ਉਸ ਤੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ? ਬੇਸਿਕਲੀ ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਜੋ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਜਿਸ ਨਾਲ ਉਹਨਾਂ ਦੀਆਂ ਕੋਈ ਯਾਦਾਂ ਸੀ, ਉਹ ਲੋਕ ਰਿਲੇਟ ਕਰਕੇ ਉਹਨੂੰ ਦੇਖਿਆ ਗਿਆ ਜੀ। ਇੱਕ ਤੇ ਗੱਲ ਇਹ ਸੀ ਕਿ ਜਿਵੇਂ ਆਮ ਤੌਰ ਤੇ ਕਈ ਦੇਖਿਆ ਗਿਆ ਕਿ ਕਈ ਮੋਨਾਰਕ ਜਿਹੜੇ ਨੇ, ਸਮਰਾਟ ਜਿਹੜੇ ਨੇ ਦੁਨੀਆ ਦੇ, ਜਾਂ ਮਹਾਰਾਣੀਆਂ ਹੁੰਦੀਆਂ ਜਾਂ ਮਹਾਰਾਜੇ ਹੁੰਦੇ ਨੇ, ਉਹ ਜਿਹੜਾ ਅਜੇ ਤੱਕ ਜਿਹੜਾ ਮੁਲਕਾਂ 'ਚ ਸਿਸਟਮ ਚੱਲ ਰਿਹਾ ਹੈ, ਜਿੱਥੇ ਇਸ ਤਰ੍ਹਾਂ ਦਾ ਸਿਸਟਮ ਹੈ, ਉਹ ਭਾਵੇਂ ਕਿ ਸੰਕੇਤਕ ਹੈ ਜਾਂ ਜਿਵੇਂ ਵੀ ਆ, ਕਰਾਊਨ ਹੈ, ਕਿੰਗ ਹੈ, ਕੁਈਨ ਹੈ, ਕਿਸ ਚੀਜ਼ ਦੀ ਜ਼ਿਆਦਾ ਅਹਿਮੀਅਤ ਹੈ, ਪ੍ਰਧਾਨ ਮੰਤਰੀਆਂ ਦਾ ਤੇ ਇਲੈਕਟਡ ਮੈਂਬਰਾਂ ਦਾ ਕੀ ਯੋਗਦਾਨ ਹੈ, ਉਹ ਸਾਰੀਆਂ ਗੱਲਾਂ ਅਲੱਗ ਨੇ। ਪਰ ਮਹਾਰਾਣੀ ਦੇ ਨਾਲ ਰਿਲੇਟ ਕਰਕੇ ਵੇਖਿਆ ਗਿਆ। ਮਹਾਰਾਣੀ ਦੇ ਬਾਰੇ ਇੱਕ ਗੱਲ ਸਾਰੇ ਕਰ ਸਕਦੇ ਨੇ ਲੋਕ, ਕ੍ਰਿਟਿਸਿਜ਼ਮ ਉਹਨਾਂ ਦਾ ਜਿੰਨਾ ਤੁਸੀਂ ਮਰਜ਼ੀ ਕਰ ਲਓ, ਕਿ ਉਹਨਾਂ ਨੇ ਹਰ ਇੱਕ ਦੀ ਗੱਲ ਸੁਣੀ ਵੀ ਤੇ ਵਿਵਾਦਾਂ ਤੋਂ ਬਚਾਅ ਕਰ ਲਿਆ ਹੋਵੇਗਾ ਆਪਣਾ ਜਾਂ ਕਿਸੇ ਦਾ ਹੋਰ ਦਾ। ਵਿਵਾਦ ਵਿੱਚ ਕਦੇ ਵੜੇ ਨਹੀਂ, ਵਿਵਾਦ ਪੈਦਾ ਨਹੀਂ ਕੀਤਾ ਕਦੇ। ਹੁਣ ਜੇ ਅਸੀਂ ਪੁਰਾਣੀਆਂ ਗੱਲਾਂ, ਕਿਉਂਕਿ ਲੰਬਾ ਸਮਾਂ ਇੰਨਾ ਉਹ ਰਹੇ ਨੇ, ਬਿਰਾਜਮਾਨ ਰਹੇ ਨੇ ਗੱਦੀ ਤੇ ਕੁਝ ਨਾ ਕੁਝ ਤੇ ਹੋਇਆ ਹੋਵੇਗਾ। ਜਿਵੇਂ ਉਹਨਾਂ ਦੇ ਪਰਸਨਲ ਵਿਅਕਤੀਗਤ ਅਸੀਂ ਗੱਲ ਕਰ ਲਈਏ, ਜੋ ਇਸ ਵੇਲੇ ਬਾਦਸ਼ਾਹ ਬਣੇ ਨੇ, ਕਿੰਗ ਚਾਰਲਸ III, ਬਾਦਸ਼ਾਹ ਦਾ ਜਦੋਂ ਵਿਆਹ ਹੁੰਦਾ, ਬੜਾ ਹਾਈ ਪ੍ਰੋਫਾਈਲ ਵਿਆਹ ਹੁੰਦਾ ਸੀ, ਦੁਨੀਆ ਦੇ ਵਿੱਚ ਹੋਇਆ, ਬੜਾ ਰੌਲਾ ਪਿਆ ਔਰ ਇੰਨਾ ਜ਼ਿਆਦਾ ਖਰਚਾ ਤੇ
ਇੰਨੀ ਜ਼ਿਆਦਾ ਲੋਕਾਂ ਦੀਆਂ ਜਦੋਂ ਇਨਫੋਰਮੇਸ਼ਨ ਦਾ ਯੁੱਗ ਵੀ ਨਹੀਂ ਸੀ, ਇੰਨਾ ਸੋਸ਼ਲ ਮੀਡੀਆ ਵਗੈਰਾ ਜਦ ਤਾਂ ਬਹੁਤ ਦੂਰ ਦੀ ਗੱਲ ਸੀ। ਤੇ ਦੇਖੋ ਉਹਨਾਂ ਨੇ ਉਹ ਜਦੋਂ ਇੰਨਾ ਜ਼ਿਆਦਾ ਹਾਈ ਪ੍ਰੋਫਾਈਲ ਮੈਰਿਜ ਹੋਇਆ ਪ੍ਰਿੰਸੈਸ ਡਿਆਨਾ ਦੇ ਨਾਲ, 2 ਬੱਚੇ ਹੁੰਦੇ ਨੇ, ਫਿਰ ਉਹਨਾਂ ਦੀ ਆਪਣੀ ਜ਼ਿੰਦਗੀ ਹੈ, ਉਹ ਡਾਈਵੋਰਸ ਹੋ ਜਾਂਦਾ ਹੈ ਚਾਰਲਸ ਦੇ ਨਾਲ, ਤੇ ਮੌਤ ਹੋ ਜਾਂਦੀ ਉਹਨਾਂ ਦੀ। ਇੱਕ ਪਾਪਰੈਟਸੀ ਗਰੁੱਪ ਜਿਹੜਾ ਸੀ ਉਹਨਾਂ ਦੇ ਫਰਾਂਸ ਦੇ ਵਿੱਚ ਮਗਰ ਲੱਗਾ ਹੋਇਆ ਸੀ, ਤੇ ਕਾਰ ਦਾ ਐਕਸੀਡੈਂਟ ਹੋ ਜਾਂਦਾ, ਤੇ ਡੋਡੀ ਅਲ ਫਾਇਦ ਉਹਨਾਂ ਦੇ ਦੋਸਤ ਤੇ ਡਿਆਨਾ ਦੀ ਮੌਤ ਹੋ ਜਾਂਦੀ ਹੈ। ਬੱਚੇ ਉਹਨਾਂ ਦੇ ਉੱਥੇ ਨਹੀਂ ਹੁੰਦੇ। ਚਲੋ ਉਸ ਮੌਤ ਨੂੰ ਲੈ ਕੇ ਉਹਨਾਂ ਤੇ ਕਾਫੀ ਜਿਹੜਾ ਸੀ ਉਹ ਗੱਲ ਹੋਈ, ਤੇ ਪਰ ਬਾਅਦ ਵਿੱਚ ਜਿਹੜਾ ਸੀ ਉਹ ਥੋੜਾ ਟਿਕਟਕਾ ਜਿਹਾ ਹੋ ਗਿਆ, ਪਰ ਲੋਕਾਂ ਦੀਆਂ ਭਾਵਨਾਵਾਂ ਜ਼ਰੂਰ ਜੁੜੀਆਂ ਹੋਈਆਂ ਮਹਾਰਾਣੀ ਨਾਲ। ਹੁਣ ਗੱਲ ਕਰਦੇ ਆ ਪੰਜਾਬ ਦੀ, ਕਿਉਂਕਿ ਜਿਹੜੀ ਆਜ਼ਾਦੀ ਦੀ ਸਟਰਗਲ ਹੈ ਉਸ ਵਿੱਚ ਪੰਜਾਬ, ਜਦੋਂ ਗੱਲ ਕਰਦੇ ਨਾ ਆਜ਼ਾਦੀ ਦੀ ਸਟਰਗਲ ਦੀ, ਤੇ ਪੰਜਾਬ ਸਿਰ ਤੇ ਜਾ ਬੈਠਦਾ ਸਾਰਿਆਂ ਦੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਪੰਜਾਬੀਆਂ ਨੇ ਜੋ ਕੀਤਾ, ਪੰਜਾਬ ਨੇ ਜਿਸ ਤਰ੍ਹਾਂ ਦਾ ਸਟੈਂਡ ਵਿਖਾਇਆ, ਤੇ ਜੋ ਹੁਣ ਮੁਕਾਮ ਹਾਸਲ ਕੀਤਾ, ਬਹੁਤ ਵੱਡੀ ਗੱਲ ਹੈ। ਜਦੋਂ ਇਹ ਗੱਲ ਆਉਂਦੀ ਹੈ ਤੇ ਜੋ ਜ਼ੁਲਮ ਹੋਏ ਨੇ ਪੰਜਾਬੀਆਂ ਤੇ, ਉਹਨਾਂ ਦਾ ਜ਼ਿਕਰ ਵੀ ਆਉਂਦਾ। ਜਲਿਆਂਵਾਲਾ ਬਾਗ ਸਾਕਾ ਜਿਹੜਾ ਹੈ 1919 ਦੇ ਵਿੱਚ ਵਾਪਰਦਾ, 47 'ਚ ਆਜ਼ਾਦੀ ਮਿਲਦੀ ਹੈ, ਤੇ ਪੂਰੇ 50 ਸਾਲ ਬਾਅਦ 1997 ਦੇ ਵਿੱਚ 14 ਅਕਤੂਬਰ ਨੂੰ ਜਿਹੜਾ ਹੈ ਮਹਾਰਾਣੀ ਅੰਮ੍ਰਿਤਸਰ ਆਉਂਦੀ ਹੈ। ਜਹਾਜ਼ ਉਹਨਾਂ ਦਾ ਲੈਂਡ ਕਰਦਾ ਹੈ, ਉਹਨਾਂ ਦਾ ਜਲਿਆਂਵਾਲੇ ਬਾਗ ਜਾਣ ਦਾ ਕੋਈ ਖਾਸ ਪ੍ਰੋਗਰਾਮ ਨਹੀਂ ਹੈ, ਤੇ ਦਰਬਾਰ ਸਾਹਿਬ ਉਹਨਾਂ ਨੇ ਮੱਥਾ ਟੇਕਣ ਜਾਣਾ ਹੈ। ਉੱਥੇ ਸ਼ਰਧਾ ਦੇ ਵਜੋਂ ਉਹਨਾਂ ਦੇ ਜਾਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਪਰ ਜਦੋਂ ਉਹਨਾਂ ਨੂੰ ਏਅਰਪੋਰਟ ਤੋਂ ਸਿੱਧਾ ਜਿਹੜਾ ਸੀ ਉਹ ਜਲਿਆਂਵਾਲੇ ਬਾਗ ਲੈ ਕੇ ਗਏ, ਇੱਕਦਮ ਜਿਹੜਾ ਪਲਾਨ ਚੇਂਜ ਕੀਤਾ ਗਿਆ, ਤੇ ਉੱਥੇ ਸਮਾਰਕ ਤੇ ਜਾਂਦੇ ਨੇ, ਉੱਥੇ ਆਪਣੇ ਵਿਜ਼ਿਟਰ ਬੁੱਕ ਦੇ ਵਿੱਚ ਸਾਈਨ ਕਰਦੇ ਨੇ, ਹੋਰ ਲਿਖਦੇ ਨੇ, ਤੇ ਨਾਲ ਉਹਨਾਂ ਨੇ ਜਿਹੜਾ ਸੀ ਉੱਥੇ ਨੰਗੇ ਪੈਰੀ ਜਿਹੜਾ ਸੀ ਮਿਸਾਲ ਦੇ ਉੱਪਰ ਜਾ ਕੇ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਸੀ ਉਹ ਦਿੱਤੀ ਜਲਿਆਂਵਾਲਾ ਬਾਗ ਦੇ ਵਿੱਚ। ਉੱਥੇ ਤੇ ਨੰਗੇ ਪੈਰ ਚਲੇ ਗਏ। ਪਰ ਜਦੋਂ ਦਰਬਾਰ ਸਾਹਿਬ ਆਉਂਦੇ ਨੇ ਤਾਂ ਉਸ ਵੇਲੇ ਦੇ ਮੁੱਖ ਮੰਤਰੀ, ਨਵੇਂ ਬਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਠੌੜਾ ਤੇ ਹੋਰ ਅਹੁਦੇਦਾਰ, ਤੇ ਜਥੇਦਾਰ ਰਣਜੀਤ ਸਿੰਘ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ, ਉੱਥੇ ਉਹ ਜਥੇਦਾਰ ਸਨ ਅਕਾਲ ਤਖ਼ਤ ਸਾਹਿਬ ਦੇ। ਪਰ ਉੱਥੇ ਤੁਹਾਨੂੰ ਪਤਾ ਹੈ ਕਿ ਚਰਨ ਗੰਗਾ ਹੁੰਦੀ ਹੈ, ਤੇ ਸਾਰਿਆਂ ਨੇ ਚਰਨ ਧੋ ਕੇ ਜਾਣਾ ਹੁੰਦਾ, ਅੰਦਰ ਪ੍ਰਵੇਸ਼ ਕਰਨਾ ਪੈਂਦਾ ਸਾਰੇ ਪਾਸੇ, ਜਿੰਨੀਆਂ ਵੀ ਐਂਟਰੈਂਸ ਹਨ ਸਾਰੇ ਪਾਸੇ ਇਸੇ ਤਰ੍ਹਾਂ। ਤੇ ਉੱਥੇ ਉਹਨਾਂ ਦੀ ਸਿਕਿਉਰਿਟੀ ਵੱਲੋਂ ਉਹ ਚਰਨ ਧੋ ਕੇ ਗਏ ਨੇ, ਤੇ ਅੱਗੇ ਜਾ ਕੇ ਫਿਰ ਉਹਨਾਂ ਨੂੰ ਇੱਕ ਜੁਰਾਬਾਂ ਜਿਹੜੀਆਂ ਸੀ ਉਹ ਦੇ ਦਿੱਤੀਆਂ ਗਈਆਂ। ਮੈਂ ਜੇ ਹੁਣ ਪਤਾ ਨਹੀਂ ਕੋਈ ਹੋਰ ਵੀ ਗਿਆ ਹੋਵੇਗਾ, ਪਰ ਇਹ ਓਫੀਸ਼ੀਅਲੀ ਤੌਰ ਤੇ ਪਹਿਲੇ ਉਹ ਵਿਅਕਤੀ ਸੀ ਜਾਂ ਆਖਰੀ ਹੁਣ ਤੱਕ ਦੇ ਜਿਨ੍ਹਾਂ ਨੂੰ ਜੁਰਾਬਾਂ ਪਾ ਕੇ ਜਾਣ ਦੀ ਇਜਾਜ਼ਤ ਮੱਥਾ ਟੇਕਣ ਦੀ ਦਿੱਤੀ ਗਈ। ਗਲਵਜ਼ ਉਹ ਵੀ ਪਾ ਕੇ ਰੱਖਦੇ ਸਨ, ਵਾਈਟ ਗਲਵਜ਼। ਹੁਣ ਇਸ ਗੱਲ ਦਾ ਵੀ ਉਦੋਂ ਪਤਾ ਨਹੀਂ ਲੱਗਾ ਕਿ ਉਹਨਾਂ ਨੇ ਪ੍ਰਸ਼ਾਦ ਇਸੇ ਤਰ੍ਹਾਂ ਹੀ ਲਿਆ ਜਾਂ ਨਹੀਂ ਲਿਆ, ਜਾਂ ਦੇਗ ਪ੍ਰਾਪਤ ਕੀਤੀ ਜਾਂ ਨਹੀਂ ਕੀਤੀ। ਇੰਨੀ ਕੁ ਗੱਲ ਹੋਈ, ਪਰ ਉਹ ਗਏ ਨੇ ਸ਼ਰਧਾ ਵਜੋਂ ਮੱਥਾ ਟੇਕਣ। ਹੈਟ ਵੀ ਉਹਨਾਂ ਦੀ ਆਪਣੀ ਟ੍ਰੈਡੀਸ਼ਨਲ ਹੈਟ ਸੀ, ਕੋਈ ਸਿਰ ਤੇ ਉਹਨਾਂ ਨੇ ਕੋਈ ਰੁਮਾਲਾ ਜਾਂ ਕੋਈ ਹੋਰ ਕੋਈ ਚੀਜ਼ ਕੱਪੜਾ ਨਹੀਂ ਸੀ ਬੰਨਿਆ ਹੋਇਆ, ਉਹ ਬਿਲਕੁਲ ਟ੍ਰੈਡੀਸ਼ਨਲ ਹੈਟ ਦੇ ਤਹਿਤ ਉੱਥੇ ਗਏ ਨੇ। ਖੈਰ, ਇਹ ਉਹਨਾਂ ਨੂੰ ਇੱਕ ਛੋਟ ਦਿੱਤੀ ਗਈ। ਉਸ ਵੇਲੇ ਵੀ ਜਿਹੜਾ ਸੀ ਇਸ ਗੱਲ ਤੇ ਆਵਾਜ਼ ਉੱਠੀ ਇੰਨਾ। ਫਿਰ ਮੈਂ ਦੱਸ ਦੇਵਾਂ ਕਿ 97 ਦੇ ਵਿੱਚ ਕੋਈ ਇੰਨੀ ਜ਼ਿਆਦਾ ਇਨਫੋਰਮੇਸ਼ਨ ਦਾ ਕੋਈ ਸਿਸਟਮ ਨਹੀਂ ਸੀ, ਸੋ ਰੌਲਾ ਬਹੁਤਾ ਨਹੀਂ ਪਿਆ। ਸੋ ਉਹਨਾਂ ਨਾਲ ਸੰਬੰਧਿਤ ਇਹ ਗੱਲ ਹੈ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਦਿੱਤੀ ਸ਼ਹੀਦਾਂ ਨੂੰ, ਪਰ ਉਹਨਾਂ ਨੇ ਮੁਆਫੀ ਮੰਗਣ ਤੋਂ ਇੱਕ ਸਟੈਪ ਪਿੱਛੇ ਰੋਕਿਆ। ਉਹਨਾਂ ਦੇ ਪਤੀ ਜਿਹੜੇ ਸੀ ਉਹ ਵੀ ਨਾਲ ਸੀਗੇ, ਤੇ ਜੋ ਉੱਥੇ ਇੱਕ ਪ੍ਰਸਾਈਜ਼ ਜਿਹੜਾ ਟੈਕਸਟ ਆ ਉਹ ਇਹ ਹੈ ਕਿ ਉਹ ਜੋ ਜਲਿਆਂਵਾਲੇ ਬਾਗ ਨੂੰ ਡਿਸਕ੍ਰਾਈਬ ਕੀਤਾ ਹੋਇਆ ਜਿਸ ਸਾਕੇ ਨੂੰ, ਉਹ ਹੈ ਕਿ ਦਿਸ ਪਲੇਸ ਇਜ਼ ਸੈਚੂਰੇਟਡ ਵਿਦ ਦ ਬਲੱਡ ਆਫ ਅਬਾਊਟ 2000 ਹਿੰਦੂਜ਼, ਸਿੱਖਸ ਐਂਡ ਮੁਸਲਿਮਸ ਹੂ ਵਰ ਮਾਰਟਿਰਡ ਇਨ ਏ ਨॉन ਵਾਇਲੈਂਟ ਸਟਰਗਲ। ਇਹ ਇਸ ਲਾਈਨ ਦੇ ਬਾਰੇ ਵੀ ਜਾਂ ਜੋ ਉੱਥੇ ਉਹਨਾਂ ਨੇ ਵਿਜ਼ਿਟਰ ਬੁੱਕ 'ਚ ਲਿਖਿਆ ਜਾਂ ਕੁਛ ਥੋੜ੍ਹਾ ਜਿਹਾ ਉਦੋਂ ਰੌਲਾ ਪਿਆ ਸੀ, ਪਰ ਇਹ ਕਿਹਾ ਜਾਂਦਾ ਸੀ ਕਿ ਜਨਰਲ ਡਾਇਰ ਦਾ ਬੇਟਾ ਜਿਸ ਨੇ ਕਾਂਡ ਕੀਤਾ ਸੀ ਉਹ ਪ੍ਰਿੰਸ ਫਿਲਿਪ ਮਹਾਰਾਣੀ ਦੇ ਪਤੀ ਦੇ ਨਾਲ ਫੌਜ ਦੇ ਵਿੱਚ ਨੌਕਰੀ ਕਰ ਚੁੱਕਾ ਸੀ, ਨੇਵੀ ਦੇ ਵਿੱਚ। ਸ਼ਾਇਦ ਉਸਨੇ ਕੋਈ ਗੱਲ ਦੱਸੀ ਹੋਵੇ ਜਾਂ ਕੋਈ ਹੋਰ ਬਿਰਤਾਂਤ ਬਿਆਨ ਕੀਤਾ ਹੋਵੇ, ਪਰ ਉੱਥੇ ਗਏ ਨੇ ਸ਼ਰਧਾ ਵਜੋਂ ਦਰਬਾਰ ਸਾਹਿਬ ਆਏ ਨੇ। ਅਸੀਂ ਇੰਨੀਆਂ ਗੱਲਾਂ ਨੂੰ ਅੱਜ ਯਾਦ ਰੱਖੀਏ ਤੇ ਜ਼ਿਆਦਾ ਬਿਹਤਰ ਹੈ। ਉਹ ਜਰਾਬਾਂ ਵਾਲੀ ਗੱਲ ਨੂੰ ਜੇ ਅਸੀਂ ਪੁਰਾਣਾ ਜਾ ਕੇ ਘਸੀਟਾਂਗੇ ਤਾਂ ਫਿਰ ਕੋਈ ਬਹੁਤੀ ਵਧੀਆ ਗੱਲ ਨਹੀਂ। ਸਿੱਖ ਪੁਆਇੰਟ ਆਫ ਵਿਊ ਤੋਂ, ਜਿਵੇਂ ਮੈਂ ਉੱਥੇ ਖੁਦ ਦੇਖਿਆ ਹੋਇਆ, ਜਦੋਂ ਕੋਈ ਵੱਡੇ VIP ਲੋਕ ਆਉਂਦੇ ਨੇ, ਭਾਵੇਂ ਕਿ ਸਾਰਿਆਂ ਵਾਸਤੇ ਬਰਾਬਰ ਮੰਨਿਆ ਜਾਂਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਕਿ ਦੁਨੀਆ ਦੇ ਕੋਈ ਆਗੂ ਜਦੋਂ ਆਉਂਦੇ ਨੇ ਫਿਰ ਉਹਨਾਂ ਦੇ ਸਾਹਮਣੇ ਸਿੱਖਾਂ ਦੀਆਂ ਸਮੱਸਿਆਵਾਂ ਤੇ ਸਿੱਖਾਂ ਦੇ ਮੁੱਦੇ ਜਿਹੜੇ ਨੇ ਰੱਖੇ ਜਾਂਦੇ ਨੇ। ਜੇ ਅਸੀਂ ਉਹਨਾਂ ਦੇ ਮੂਹਰੇ ਰੱਖਦੇ ਹਾਂ ਤੇ ਫਿਰ ਉਹਨਾਂ ਦੀਆਂ ਕੁਝ ਗੱਲਾਂ ਸਾਨੂੰ ਵੀ ਦੇਖਣੀਆਂ ਪੈਣਗੀਆਂ, ਉਹਨਾਂ ਦੀ ਸੁਰੱਖਿਆ ਤੇ ਹੋਰ ਚੀਜ਼ਾਂ। ਤੁਹਾਨੂੰ ਪਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਦੌਰਾ ਆਉਣਾ ਜਿਹੜਾ ਸੀ ਉਹ ਇੱਥੇ ਰੱਦ ਹੋ ਗਿਆ ਸੀ। ਉਹਨਾਂ ਨੇ ਪੂਰੇ ਇੱਕ ਦਿਨ ਵਾਸਤੇ ਦਰਬਾਰ ਸਾਹਿਬ ਕੰਪਲੈਕਸ ਨੂੰ ਸੀਲ ਕਰਨ ਦੀ ਗੱਲ ਆਖੀ ਸੀ ਕਿ ਕੋਈ ਹੋਰ ਨਹੀਂ ਆਵੇਗਾ, ਜਿਸ ਵਾਸਤੇ ਸ਼੍ਰੋਮਣੀ ਕਮੇਟੀ ਰਾਜੀ ਨਹੀਂ ਸੀ ਹੋਈ। ਇਹ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹਿਣਗੀਆਂ, ਪਰ ਉਹ 1997 ਵਿੱਚ 50 ਸਾਲ ਆਜ਼ਾਦੀ ਦੇ ਪੂਰੇ ਹੋਣ ਤੇ ਮਹਾਰਾਣੀ ਜਿਹੜੀ ਸੀ ਉਹ ਆਈ ਸੀ। ਜੀ।
ਕੁਲਦੀਪ ਜੀ, ਫਿਲਹਾਲ ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਖਤਮ ਹੁੰਦਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਤੇ ਸੋਮਵਾਰ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਅਸੀਂ ਹਾਜ਼ਰੀ ਭਰਾਂਗੇ। ਤਦ ਤੱਕ ਤੁਸੀਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।